ਜਾਂ ਜਦੋਂ ਕੋਈ ਜੰਗ ਲੰਬੀ ਖਿੱਚ ਜਾਂਦੀ ਹੈ ਤਾਂ ਦੋਵੇਂ ਹੀ ਧਿਰਾਂ ਜਿਹੜੀਆਂ ਨੇ ਉਹ ਵਾਰ-ਵਾਰ ਇਹੋ ਜਿਹੀ ਮਨੋਦਸ਼ਾ ਵਿੱਚੋਂ ਲੰਘਦੀਆਂ ਨੇ। ਪੰਜਾਬ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਹ ਸ਼ੁਰੂਆਤ ਭਾਵੇਂ ਪੰਜਾਬ ਦੀ ਲੜਾਈ ਦੇ ਤੌਰ ਤੇ ਹੁੰਦੀਆਂ ਸਨ, ਪਰ ਦਿਨ ਵੀ ਨਹੀਂ ਸੀ ਲੱਗਦੇ ਕਿ ਉਹ ਲੜਾਈ ਧਰਮਾਂ ਦੀ ਲੜਾਈ ਬਣ ਜਾਂਦੀ ਸੀ, ਉਹ ਸਿੱਖਾਂ ਦੀ ਜਾਂ ਹਿੰਦੂਆਂ ਦੀ ਲੜਾਈ ਬਣ ਜਾਂਦੀ ਸੀ। ਇਹ ਐਡਾ ਵੱਡਾ ਸੁਨੇਹਾ ਹੈ ਕਿ ਇਸ ਤੋਂ ਬਾਅਦ ਸ਼ਾਇਦ ਭਾਜਪਾ ਰਾਜਾਂ ਨਾਲ ਲੜਾਈ ਲੈਣ ਤੋਂ ਵੀ ਕਿਸੇ ਨਾ ਕਿਸੇ ਤਰੀਕੇ ਗੁਰੇਜ਼ ਕਰੇ। ਬਾਅਦ ਦੇ ਵਿੱਚ ਜਿਹੜੀ ਲੁੱਟ ਖਸੁੱਟ ਮਚਦੀ ਸੀ ਉਹ ਆਰਥਿਕ ਹੁੰਦੀ ਸੀ, ਉਹਦੇ ਨਾਲ ਕਿਸਾਨੀ ਲਗਾਤਾਰ ਜਿਹੜੀ ਸੰਕਟ ਵਿੱਚ ਘਿਰਦੀ ਗਈ। ਔਰ ਇੱਕ ਵਾਰੀ ਇਹੋ ਜਿਹੇ ਬਿੱਲ ਪਾਸ ਹੋ ਜਾਂਦੇ ਨੇ, ਸਮਝੋ ਇਹ ਪੰਜਾਬ ਦੇ ਇੱਕ ਰਾਜਾਂ ਦੇ ਵਿੱਚ ਫੈਡਰਲਿਜ਼ਮ ਦੀ ਜਿਹੜੀ ਸਾਡੀ ਲੜਾਈ ਹੈ ਉਹ ਹਮੇਸ਼ਾ ਲਈ ਹਾਰ ਜਾਏਗੀ ਔਰ ਕੇਂਦਰ ਜਿਹੜਾ ਹੈ ਉਹ ਰਾਜਾਂ ਵਿੱਚ ਹੋਰ ਜ਼ਿਆਦਾ ਦਖਲ ਦੇਣ ਲੱਗ ਪਏਗਾ। ਮੈਂ ਕਹਿੰਦਾ ਕਿ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਹੀਏ ਕਿ ਅਸੀਂ ਦਿੱਲੀ ਘੇਰ ਰੱਖੀਏ। ਇੱਦਾਂ ਕਹੋ ਕਿ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਸਭ ਕੁਝ ਦਾਅ 'ਤੇ ਲੱਗਿਆ ਹੋਇਆ ਤੇ ਬਹੁਤ ਵੱਡਾ ਸਿਸਟਮ ਤੇ ਮੈਕੈਨਿਜ਼ਮ ਡਿਵੈਲਪ ਕਰ ਲਿਆ ਜਿਸ ਦੇ ਨਾਲ ਇਹ ਸੰਘਰਸ਼ ਕਿੰਨਾ ਵੀ ਲੰਬਾ ਖਿੱਚਿਆ ਜਾ ਸਕਦਾ। ਔਰ ਸਿੱਖਾਂ ਦੇ ਲਈ ਦੂਰੀ ਮੁਸੀਬਤ, ਇੱਕ ਤਾਂ ਉਹ ਪੰਜਾਬ ਲਈ ਲੜਦੇ ਸਨ, ਨਾਲੇ ਉਹ ਬਦਨਾਮ ਹੁੰਦੇ ਸਨ ਕਿ ਦੇਖੋ ਜੀ ਇਹ ਤਾਂ ਹਰ ਗੱਲ ਤੇ ਝੱਜੂ ਪਾ ਕੇ ਬਹਿ ਜਾਂਦੇ, ਲੜਾਈ ਕਰਕੇ ਬਹਿ ਜਾਂਦੇ। ਇਹ ਆਪਸ਼ਨ ਭਾਵ ਅਸੀਂ ਇਸ ਲੜਾਈ ਨੂੰ ਕੋਈ ਸ਼ੌਕ ਲਈ ਸ਼ੁਰੂ ਨਹੀਂ ਕੀਤਾ ਕਿ ਸਾਨੂੰ ਸਵਾਲ ਕੀਤਾ ਜਾਏ ਕਿ ਤੁਸੀਂ ਕਿਉਂ ਦਿੱਲੀ ਬੈਠੇ ਹੋ। ਬਹੁਤੇ ਲੋਕਾਂ ਨੂੰ ਫਿਕਰ ਹੈ ਕਿ ਅਸੀਂ ਐਡੀ ਵੱਡੀ ਲੜਾਈ ਲੜੀ ਹੈ, ਇਸ ਲੜਾਈ ਦਾ ਬਣੂ ਕੀ ਇਸ ਵਿੱਚੋਂ ਕੁਝ ਨਿਕਲੇਗਾ। ਤੁਸੀਂ ਦੇਖ ਸਕਦੇ ਹੋ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਕਿੰਨੇ ਅੰਦੋਲਨ ਕੀਤੇ ਹੈ, ਸ਼ਾਇਦ ਹੀ ਕਿਸੇ ਵਿੱਚ ਜਿੱਤ ਪ੍ਰਾਪਤ ਹੋਵੇ ਕਿ ਹੁਣ ਤੱਕ ਇਸ ਸੰਘਰਸ਼ ਦੇ ਵਿੱਚੋਂ ਕੀ ਕੁਝ ਬਣ ਚੁੱਕਿਆ ਹੈ। ਕਿਸਾਨ ਅੰਦੋਲਨ ਲੰਬਾ ਖਿੱਚ ਗਿਆ ਤੇ ਸਵਾਲ ਹੋਣੇ ਸ਼ੁਰੂ ਹੋ ਗਏ ਨੇ ਕਿ ਇਸ ਦਾ ਕੀ ਬਣੂ। ਔਰ ਬਿਨਾਂ ਸ਼ੱਕ ਇਹ ਸਵਾਲ ਬਹੁਤੇ ਫਿਕਰਮੰਦੀ ਵਾਲੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦਾ, ਹਰਿਆਣੇ ਦੇ ਲੋਕਾਂ ਦਾ, ਇੱਦਾਂ ਕਹੋ ਕਿ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਸਭ ਕੁਝ ਦਾਅ 'ਤੇ ਲੱਗਿਆ ਹੋਇਆ। ਸੰਘਰਸ਼ਾਂ ਦਾ ਬਹੁਤ ਲੰਬਾ ਇਤਿਹਾਸ, 8-9 ਮਹੀਨੇ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਕੰਮ ਧੰਦੇ ਛੱਡ ਕੇ ਦਿੱਲੀ ਬੈਠੇ ਨੇ ਔਰ 600-700 ਦੇ ਕਰੀਬ ਲੋਕ ਸ਼ਹੀਦੀ ਵੀ ਪਾ ਚੁੱਕੇ ਨੇ। ਇਸ ਦੇ ਬਾਵਜੂਦ ਵੀ ਸਰਕਾਰਾਂ ਜਿਹੜੀਆਂ ਨੇ ਉਹ ਕੁਝ ਪੋਜ਼ਿਟਿਵ ਸਾਈਨ ਨਹੀਂ ਦੇ ਰਹੀਆਂ। ਤਾਂ ਜ਼ਾਹਿਰ ਹੈ ਕਿ ਅਜਿਹੀ ਹਾਲਤ ਵਿੱਚ ਸਵਾਲ ਉੱਠਣੇ ਲਾਜ਼ਮੀ ਸਨ ਔਰ ਉਹ ਉੱਠ ਵੀ ਰਹੇ ਨੇ। ਲੇਕਿਨ ਮੈਂ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਬਹੁਤੇ ਸਵਾਲ ਜਿਹੜੇ ਨੇ ਉਹ ਫਿਕਰਮੰਦੀ ਵਾਲੇ ਨੇ। ਬਹੁਤੇ ਲੋਕਾਂ ਨੂੰ ਫਿਕਰ ਹੈ ਕਿ ਅਸੀਂ ਐਡੀ ਵੱਡੀ ਲੜਾਈ ਲੜੀ ਹੈ, ਇਸ ਲੜਾਈ ਦਾ ਬਣੂ ਕੀ ਇਸ ਵਿੱਚੋਂ ਕੁਝ ਨਿਕਲੇਗਾ, ਕੁਝ ਇਹਦਾ ਬਣੂ ਵੀ ਕਿ ਨਹੀਂ। ਇਹ ਗੱਲ ਬਿਲਕੁਲ ਇਤਿਹਾਸਿਕ ਤੌਰ ਦੇ ਉੱਪਰ ਵਾਰ-ਵਾਰ ਜਿਹੜੀ ਹੈਗੀ ਪ੍ਰਤਿਆਈ ਜਾ ਚੁੱਕੀ ਹੈ ਕਿ ਜਦੋਂ ਕੋਈ ਲੜਾਈ ਜਾਂ ਜਦੋਂ ਕੋਈ ਜੰਗ ਲੰਬੀ ਖਿੱਚ ਜਾਂਦੀ ਹੈ ਤਾਂ ਦੋਵੇਂ ਹੀ ਧਿਰਾਂ ਜਿਹੜੀਆਂ ਨੇ ਉਹ ਵਾਰ-ਵਾਰ ਇਹੋ ਜਿਹੀ ਮਨੋਦਸ਼ਾ ਵਿੱਚੋਂ ਲੰਘਦੀਆਂ ਨੇ। ਕਦੇ-ਕਦੇ ਉਹ ਬਹੁਤ ਫਸੀਆਂ ਹੋਈਆਂ ਮਹਿਸੂਸ ਕਰਦੀਆਂ ਨੇ, ਕਦੇ ਦੋਨਾਂ ਨੂੰ ਇਹ ਲੱਗਦਾ ਕਿ ਅਸੀਂ ਬਸ ਹੁਣ ਜਿੱਤੇ ਖੜੇ ਹਾਂ ਤੇ ਸਮਝ ਲਾਂਗੇ ਕਿ ਅਸੀਂ ਜਿੱਤ ਕੇ ਘਰ ਮੋੜਾਂਗੇ, ਕਦੇ ਉਹਨਾਂ ਨੂੰ ਲੱਗਦਾ ਅਸੀਂ ਹਾਰ ਜਾਾਂਗੇ। ਤਾਂ ਇਹ ਜਿਹੜਾ ਮਨੋਦਸ਼ਾ ਦਾ ਉਤਰਾਅ ਚੜ੍ਹਾਅ ਹੈ ਇਹ ਦੋਨੋਂ ਹੀ ਧਿਰਾਂ ਮਹਿਸੂਸ ਕਰਦੀਆਂ ਨੇ। ਅਜਿਹਾ ਨਹੀਂ ਹੈ ਕਿ ਜੇ ਕਿਸਾਨ ਜਥੇਬੰਦੀਆਂ, ਕਿਸਾਨ ਜਾਂ ਉਹਨਾਂ ਨਾਲ ਜੁੜੇ ਹੋਏ ਪੰਜਾਬੀ, ਹਰਿਆਣਵੀ ਜਾਂ ਉਹਨਾਂ ਦੇ ਸ਼ੁਭਚਿੰਤਕ ਲੋਕ ਪਰੇਸ਼ਾਨ ਨੇ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੂਜੇ ਪਾਸੇ ਭਾਜਪਾ ਨੂੰ ਜਾਂ ਸਰਕਾਰ ਨੂੰ ਕੋਈ ਘਬਰਾਹਟ ਨਹੀਂ ਹੋਏਗੀ। ਉਹਨਾਂ ਦੀ ਘਬਰਾਹਟ ਵੀ ਕਈ ਤਰੀਕਿਆਂ ਦੇ ਨਾਲ ਵਾਰ-ਵਾਰ ਜ਼ਾਹਿਰ ਹੋਈ ਹੈ। ਇਹ ਠੀਕ ਹੈ ਕਿ ਦਾਅ ਦੇ ਉੱਪਰ ਸਾਡਾ ਕੁਝ ਜ਼ਿਆਦਾ ਲੱਗਿਆ ਹੋਇਆ, ਉਹਨਾਂ ਦਾ ਕੁਝ ਜਾਣਾ ਨਹੀਂ, ਜਿਸ ਕਰਕੇ ਇਹ ਲੜਾਈ ਸਾਡੇ ਲਈ ਮਹੱਤਵਪੂਰਨ ਹੈ। ਜ਼ਿਆਦਾ ਇੱਦਾਂ ਕਹੋ ਕਿ ਸਾਡੇ ਸਟੇਕ ਇਹਦੇ ਉੱਪਰ ਜ਼ਿਆਦਾ ਨੇ, ਤਾਂ ਸਾਡੇ ਲਈ ਇਹ ਸਵਾਲ ਜਿਹੜਾ ਹੈ ਆਟੋਮੈਟਿਕਲੀ ਵੱਡਾ ਹੋ ਜਾਂਦਾ। ਲੇਕਿਨ ਜਿੱਥੋਂ ਤੱਕ ਮੇਰੀ ਸੋਚ ਹੈ, ਮੈਨੂੰ ਲੱਗਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਕਿ ਬੇਸ਼ੱਕ ਇਹ ਜਿਹੜਾ ਸੰਘਰਸ਼ ਹੈ ਬਹੁਤ ਲੰਬਾ ਖਿੱਚ ਗਿਆ, 10 ਮਹੀਨੇ ਕੋਈ ਥੋੜ੍ਹੇ ਨਹੀਂ ਹੁੰਦੇ, ਪਰ ਸਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਸੀ। ਸਾਨੂੰ ਇਹ ਸੰਘਰਸ਼ ਕਰਨਾ ਹੀ ਪੈਣਾ ਸੀ, ਸਾਨੂੰ ਇਹ ਲੜਾਈ ਲੜਨੀ ਹੀ ਪੈਣੀ ਸੀ। ਇਹ ਗੱਲ ਵਾਰ-ਵਾਰ ਹੋ ਚੁੱਕੀ ਹੈ, ਮੈਂ ਇਸ ਨੂੰ ਦੁਹਰਾਉਣਾ ਨਹੀਂ ਚਾਹਾਂਗਾ ਕਿ ਇਹ ਬਿੱਲ ਕਿੰਨੇ ਕੁ ਮਤਲਬ ਕਿ ਖੇਤੀ ਦੇ ਜਾਂ ਕਿਸਾਨੀ ਦੇ ਲਈ ਘਾਤਕ ਨੇ ਔਰ ਇਹ ਕਿੱਦਾਂ ਗੈਰ ਕਾਨੂੰਨੀ ਬਿੱਲ ਨੇ। ਔਰ ਇੱਕ ਵਾਰੀ ਇਹੋ ਜਿਹੇ ਬਿੱਲ ਪਾਸ ਹੋ ਜਾਂਦੇ ਨੇ, ਸਮਝੋ ਇਹ ਪੰਜਾਬ ਦੇ ਇੱਕ ਰਾਜਾਂ ਦੇ ਵਿੱਚ ਫੈਡਰਲਿਜ਼ਮ ਦੀ ਜਿਹੜੀ ਸਾਡੀ ਲੜਾਈ ਹੈ ਉਹ ਹਮੇਸ਼ਾ ਲਈ ਹਾਰ ਜਾਏਗੀ ਔਰ ਕੇਂਦਰ ਜਿਹੜਾ ਹੈ ਉਹ ਰਾਜਾਂ ਵਿੱਚ ਹੋਰ ਜ਼ਿਆਦਾ ਦਖਲ ਦੇਣ ਲੱਗ ਪਏਗਾ। ਸੋ ਸਾਡੇ ਕੋਲੇ ਕੋਈ ਆਪਸ਼ਨ ਹੀ ਨਹੀਂ ਹੈ। ਜੇ ਅਸੀਂ ਆਪਣੀ ਖੇਤੀ ਬਚਾਉਣੀ ਹੈ,
ਜੇ ਕਾਰਪੋਰੇਟ ਸੈਕਟਰ ਕੋਲੇ ਆਪਣੀਆਂ ਜ਼ਮੀਨਾਂ ਜਾਣ ਤੋਂ ਬਚਾਉਣੀਆਂ, ਸਾਨੂੰ ਇਹ ਲੜਾਈ ਲੜਨੀ ਹੀ ਪੈਣੀ ਸੀ। ਭਾਵੇਂ 10 ਮਹੀਨੇ ਹੋ ਜਾਣ, ਭਾਵੇਂ ਹੋਰ ਸਾਨੂੰ ਟਾਈਮ ਲੱਗ ਜੇ, ਆਫ ਕੋਰਸ ਸਾਨੂੰ ਇਹ ਲੜਾਈ ਲੜਨੀ ਪੈਣੀ। ਇਹ ਆਪਸ਼ਨ ਭਾਵ ਅਸੀਂ ਇਸ ਲੜਾਈ ਨੂੰ ਕੋਈ ਸ਼ੌਕ ਲਈ ਸ਼ੁਰੂ ਨਹੀਂ ਕੀਤਾ ਕਿ ਸਾਨੂੰ ਸਵਾਲ ਕੀਤਾ ਜਾਏ ਕਿ ਤੁਸੀਂ ਕਿਉਂ ਦਿੱਲੀ ਬੈਠੇ ਹੋ। ਮੈਂ ਇਹ ਵੀ ਮਹਿਸੂਸ ਕੀਤਾ ਕਿ ਸਾਡੇ ਆਪਣੇ ਹੀ ਲੋਕਾਂ ਦੇ ਵਿੱਚ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਸਵਾਲ ਕਰਦੇ ਨੇ, ਕੁਝ ਹੋਣਾ ਹਵਾਣਾ ਹੈ ਨਹੀਂ ਜੀ, ਕਾਹ ਤੋਂ ਬੈਠੇ ਹੁਣ ਵਾਪਸ ਆ ਜਾਓ। ਮਤਲਬ ਕਿ ਇਹੋ ਜਿਹੀਆਂ ਨਕਾਰਾਤਮਕ ਅਤੇ ਨਿਰਾਸ਼ਾਵਾਦੀ ਸੁਰਾਂ ਵੀ ਕਿਤੇ ਕਿਤੇ ਉੱਠਦੀਆਂ ਨੇ, ਪਰ ਇਹ ਬਹੁਤ ਮੰਦਭਾਗੀਆਂ ਨੇ। ਮੈਂ ਫਿਰ ਰਿਪੀਟ ਕਰਦਾ ਕਿ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈ। ਠੀਕ ਹੈ, ਲੰਬਾ ਖਿੱਚ ਗਿਆ, ਲੇਕਿਨ ਸਾਡਾ ਇੱਕ ਇਤਿਹਾਸ ਹੈ। ਬਹੁਤ ਵਾਰ ਅਸੀਂ ਇਹੋ ਜਿਹੀਆਂ ਘੇਰਾਬੰਦੀਆਂ ਵਿੱਚ ਫਸੇ ਹਾਂ ਔਰ ਦੁਸ਼ਮਣ ਨੂੰ ਫਸਾਇਆ। ਦੇਖੋ, ਜੰਗ ਹੈ ਔਰ ਜੰਗ ਦੇ ਵਿੱਚ ਕਦੇ ਕਦੇ ਘੇਰਾਬੰਦੀ ਕਰਨੀ ਪੈਂਦੀ ਹੈ। ਮੈਂ ਇਹ ਚਾਹਾਂਗਾ ਕਿ ਅਸੀਂ ਇਹ ਨਾ ਸੋਚੀਏ ਕਿ ਅਸੀਂ ਦਿੱਲੀ ਬੈਠੇ ਹਾਂ, ਸਾਡਾ ਕੀ ਬਣੂ। ਮੈਂ ਕਹਿੰਦਾ ਕਿ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਹੀਏ ਕਿ ਅਸੀਂ ਦਿੱਲੀ ਘੇਰ ਰੱਖੀ ਹੈ। ਗੱਲ ਉੱਥੇ ਹੀ ਹੈ। ਆਫਕੋਰਸ ਅਸੀਂ ਦਿੱਲੀ ਘੇਰ ਰੱਖੀ ਹੈ। ਸਰਕਾਰ ਨੂੰ ਟੈਨਸ਼ਨ ਹੈ ਕਿ 5-4 ਲੱਖ ਦੇ ਕਰੀਬ ਕਿਸਾਨ ਇੱਥੇ ਛਾਤੀ ਦੇ ਉੱਪਰ ਚੜ੍ਹ ਕੇ ਬੈਠਾ ਹੈ ਔਰ ਉਹ ਵਾਰ-ਵਾਰ ਨਿਊਜ਼ ਮੇਕਰ ਬਣ ਰਿਹਾ ਔਰ ਕੋਈ ਹੱਲ ਨਹੀਂ ਹੈ। ਔਰ ਵਾਰ-ਵਾਰ ਇਸ ਤਰੀਕੇ ਦੇ ਨਾਲ ਦੇਸ਼ ਵਿੱਚ ਇਹ ਸਵਾਲ ਉੱਠਣ ਲਾਤਾ ਉਹਨਾਂ ਨੇ ਕਿ ਸਰਕਾਰ ਕਿਸਾਨਾਂ ਦੀ ਸੁਣ ਕਿਉਂ ਨਹੀਂ ਰਹੀ। ਸੋ ਇੱਕ ਤਰੀਕੇ ਨਾਲ ਅਸੀਂ ਦਿੱਲੀ ਘੇਰੀ ਹੋਈ ਹੈ। ਸਾਨੂੰ ਇੱਦਾਂ ਹੀ ਸੋਚਣਾ ਪਏਗਾ ਔਰ ਇਹ ਕੋਈ ਖਰਾਬ ਨੀਤੀ ਵੀ ਨਹੀਂ ਹੈ। ਜੇ ਤੁਸੀਂ ਨੀਤੀ ਦੇ ਪੱਖੋਂ ਦੇਖੋਗੇ ਤਾਂ ਇਹ ਕੋਈ ਖਰਾਬ ਨੀਤੀ ਵੀ ਨਹੀਂ ਹੈ। ਤੁਸੀਂ ਬਿਲਕੁਲ ਸ਼ਾਂਤਮਈ ਅੰਦੋਲਨ ਕਰਦੇ ਹੋਏ ਦੁਸ਼ਮਣ ਦੇ ਘਰ ਦੇ ਵਿੱਚ ਬੈਠੇ ਹੋ ਔਰ ਲਗਾਤਾਰ ਬੈਠੇ ਹੋ, ਬਿਨਾਂ ਡੋਲੇ ਬੈਠੇ ਹੋ। ਵਾਰ-ਵਾਰ ਤੁਹਾਡੇ ਅੰਦੋਲਨ ਨੂੰ ਡਿਲਿਊਟ ਕਰਨ ਦੀ ਔਰ ਭ੍ਰਮਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਤੁਸੀਂ ਫਿਰ ਨਹੀਂ ਡੋਲਦੇ। ਤੁਹਾਨੂੰ ਉਖਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਤੁਹਾਨੂੰ ਗੱਲਾਂ ਤੇ ਚਾਲਾਂ ਦੇ ਵਿੱਚ ਉਲਝਾਇਆ ਜਾਂਦਾ, ਤੁਸੀਂ ਨਹੀਂ ਉਲਝਦੇ। ਔਰ 10 ਮਹੀਨੇ ਤੁਸੀਂ ਲਗਾਤਾਰ ਆਪਣੀ ਲੜਾਈ ਨੂੰ ਵੱਡੇ ਕਰਦੇ ਜਾਂਦੇ ਹੋ। ਪਹਿਲਾਂ ਇਹ ਲੜਾਈ ਪੰਜਾਬ ਹਰਿਆਣੇ ਦੀ ਲੜਾਈ ਨਜ਼ਰ ਆਉਂਦੀ ਹੈ, ਹੁਣ ਇਹ ਸਾਰੇ ਦੇਸ਼ ਦੀ ਲੜਾਈ ਹੈ ਔਰ ਵਾਰ-ਵਾਰ ਸਾਰੀ ਦੁਨੀਆ ਦੇ ਵਿੱਚ ਇਸ ਲੜਾਈ ਨੇ ਖਬਰਾਂ ਬਣਾਈਆਂ ਨੇ, ਵਾਰ-ਵਾਰ ਧਿਆਨ ਖਿੱਚੇ ਸਾਰੀ ਦੁਨੀਆ ਦਾ। ਔਰ ਇਹ ਬਿਲਕੁਲ ਇੱਕ ਕਲੀਅਰ ਕੱਟ ਮੈਸੇਜ ਦਿੱਤਾ ਕਿ ਸਾਡੀ ਲੜਾਈ ਸਾਡੀ ਹੋਂਦ ਦੀ ਲੜਾਈ ਹੈ ਔਰ ਅਸੀਂ ਵਾਪਸ ਮੁੜ ਹੀ ਨਹੀਂ ਸਕਦੇ। ਸੋ ਜੇ ਤੁਸੀਂ ਇਸ ਨੀਤੀ ਦੇ ਹਿਸਾਬ ਨਾਲ ਸੋਚੀਏ ਤਾਂ ਕੋਈ ਖਰਾਬ ਨੀਤੀ ਵੀ ਨਹੀਂ। ਅਗਾਂਹ ਚੱਲ ਕੇ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਸਿਸਟਮ ਮੈਨੇਜ ਕੀਤਾ ਹੈ, ਉਹ ਸਿਸਟਮ ਸੱਚੀ ਮੁੱਚੀ ਇੱਕ ਲੰਬੀ ਲੜਾਈ ਵਾਲਾ ਹੈ। ਕਿਉਂਕਿ ਸਾਨੂੰ ਇਹ ਨਜ਼ਰ ਆਉਣ ਲੱਗ ਪਿਆ ਕਿ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈ, ਸਾਨੂੰ ਲੰਬੀ ਲੜਾਈ ਲੜਨੀ ਪਏਗੀ। ਤਾਂ ਮੈਂ ਵੇਖਿਆ ਕਿ ਕਿਸਾਨ ਜਥੇਬੰਦੀਆਂ ਨੇ ਬੜੀ ਸਿਆਣਪ ਦੇ ਨਾਲ ਉੱਥੇ ਇੱਕ ਬਹੁਤ ਵੱਡਾ ਸਿਸਟਮ ਤੇ ਮੈਕੈਨਿਜ਼ਮ ਡਿਵੈਲਪ ਕਰ ਲਿਆ, ਜਿਸ ਦੇ ਨਾਲ ਇਹ ਸੰਘਰਸ਼ ਕਿੰਨਾ ਵੀ ਲੰਬਾ ਖਿੱਚਿਆ ਜਾ ਸਕਦਾ। ਇਹ ਠੀਕ ਹੈ ਕਿ 10 ਮਹੀਨੇ ਹੋ ਚੁੱਕੇ ਨੇ, ਹਾਲ ਦੀ ਘੜੀ ਕੁਝ ਨਹੀਂ ਨਿਕਲਿਆ। ਸ਼ੁਰੂ ਦੇ ਵਿੱਚ ਸਰਕਾਰ ਨੇ ਕੁਝ ਮੀਟਿੰਗਾਂ ਕੀਤੀਆਂ, ਗੱਲਬਾਤ ਤੋਂ ਲੱਗਿਆ ਕਿ ਗੱਲ ਕਿਤੇ ਪਹੁੰਚੇਗੀ, ਲੇਕਿਨ ਹਮੇਸ਼ਾ ਹੀ ਜਦੋਂ ਗੱਲਬਾਤ ਚੱਲਦੀ ਹੈ ਵਾਰ-ਵਾਰ ਅਸੀਂ ਜਾਣਦੇ ਹਾਂ ਬਲੌਕੇਜ ਆਉਂਦੇ ਨੇ, ਜਿਹੜੇ ਸੰਘਰਸ਼ ਹੁੰਦੇ ਨੇ ਉਹਨਾਂ ਵਿਚਕਾਰ ਟੇਬਲ ਟਾਕ ਹੁੰਦੀ ਰਹਿੰਦੀ ਹੈ। ਤਾਂ ਫਿਰ ਇੱਕ ਸਟੇਜ ਕਦੇ-ਕਦੇ ਇਹੋ ਜਿਹੀ ਵੀ ਆ ਜਾਂਦੀ ਹੈ ਕਿ ਜਦੋਂ ਸਾਰਾ ਕੁਝ ਬਲੌਕ ਹੋ ਜਾਂਦਾ, ਜਿਵੇਂ ਕਿ ਹੁਣ ਡੈਡਲੌਕ ਦੀ ਸਥਿਤੀ ਬਣ ਚੁੱਕੀ ਹੈ। ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਇਹ ਸਾਨੂੰ ਲੱਗਦਾ ਹੈ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਔਰ ਸਰਕਾਰ ਵੀ ਇਹੀ ਸੋਚ ਰਹੂਗੀ ਕਿਸਾਨ ਸਾਡੀ ਗੱਲ ਨਹੀਂ ਸੁਣ ਰਹੇ। ਹੁਣ ਆਪਾਂ ਇਸ ਸੰਘਰਸ਼ ਨੂੰ ਜੇ ਇਹ ਸੋਚਣਾ ਛੱਡ ਦਈਏ ਕਿ ਇਹਦਾ ਕੀ ਬਣੂ ਕੀ ਨਹੀਂ ਬਣੂ, ਮੈਂ ਚਾਹੁੰਦਾ ਕਿ ਪੰਜਾਬ ਪਲੱਸ ਦੇ ਰਾਹੀਂ ਤੁਸੀਂ ਇਸ ਚੀਜ਼ ਦੇ ਉੱਪਰ ਸੋਚੋ ਕਿ ਹੁਣ ਤੱਕ ਇਸ ਸੰਘਰਸ਼ ਦੇ ਵਿੱਚੋਂ ਕੀ ਕੁਝ ਬਣ ਚੁੱਕਿਆ। ਮੈਂ ਸਮਝਦਾ ਕਿ ਉਹ ਬਹੁਤ ਇੰਟਰਸਟਿੰਗ ਹੈ ਔਰ ਬਹੁਤ ਫਾਇਦੇਮੰਦ ਹੈ। ਇਸ ਸੰਘਰਸ਼ ਨੇ ਬਿਨਾਂ ਸ਼ੱਕ, ਘੱਟੋ ਘੱਟ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਨੂੰ ਬਹੁਤ ਕੁਝ ਦਿੱਤਾ। ਜੇ ਅਸੀਂ ਉਸ ਐਂਗਲ ਤੋਂ ਸੋਚਾਂਗੇ ਤਾਂ ਸਾਨੂੰ ਇਸ ਕਿਸਾਨ ਸੰਘਰਸ਼ ਦੀ ਸਹੀ ਵੈਲਿਊ ਸਮਝ ਆਉਂਦੀ ਹੈ। ਮੈਂ ਚਾਹੁੰਦਾ ਕਿ ਤੁਸੀਂ ਕੁਝ ਇਹੋ ਜਿਹੇ ਪੁਆਇੰਟ ਨੋਟ ਕਰੋ ਜਿਹੜੇ ਇਸ ਕਿਸਾਨ ਸੰਘਰਸ਼ ਦੇ ਰਾਹੀਂ ਨਿਕਲ ਕੇ ਸਾਡੇ ਸਾਹਮਣੇ ਆਏ ਨੇ ਔਰ ਮੈਂ ਸਮਝਦਾ ਕਿ ਉਹ ਸਾਡੀ ਇੱਕ ਘੱਟ ਪ੍ਰਾਪਤੀ ਨਹੀਂ ਹੈ। ਆਫਕੋਰਸ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜੋ ਕੁਝ ਅਸੀਂ ਹਾਸਲ ਕਰ ਚੁੱਕੇ ਹਾਂ ਉਹੀ ਅਲਟੀਮੇਟ ਹੈ, ਨਹੀਂ। ਸਾਡਾ ਤਾਂ ਗੋਲ ਹੀ ਇਹੀ ਹੈ ਕਿ ਅਸੀਂ ਇਹ ਬਿੱਲ ਰੱਦ ਕਰਾ ਕੇ ਮੁੜਾਂਗੇ ਨਹੀਂ ਮੁੜਾਂਗੇ ਬਾਅਦ ਦੀਆਂ ਗੱਲਾਂ ਨੇ, ਲੇਕਿਨ ਮੈਂ ਚਾਹੁੰਦਾ ਕਿ ਪੋਜ਼ਿਟਿਵ ਹੋ ਕੇ ਅਸੀਂ ਇਸ ਸੰਘਰਸ਼ ਦੇ ਪ੍ਰਤੀ ਪੋਜ਼ਿਟਿਵ ਹੋ ਕੇ ਕੁਝ ਅਜਿਹੀਆਂ ਚੀਜ਼ਾਂ ਤੇ ਵਿਚਾਰ ਕਰੀਏ ਜਿਹੜੀਆਂ ਹੁਣ ਤੱਕ ਸਾਨੂੰ ਹਾਸਲ ਹੋ ਚੁੱਕੀਆਂ ਨੇ। ਔਰ ਜੇ ਮੈਂ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ ਦੇਖਾਂ ਜਾਂ ਪੰਜਾਬ ਦੇ ਪੋਲੀਟੀਕਲ ਸਿਨੈਰੀਓ ਦੇ ਨਜ਼ਰੀਏ ਤੋਂ ਦੇਖਾਂ, ਪੰਜਾਬ ਦੇ ਇਤਿਹਾਸ ਦੇ ਨਾਲ ਜੋੜ ਕੇ ਉਸ ਨੂੰ ਦੇਖਾਂ, ਤਾਂ ਮੈਨੂੰ ਇਹ ਨੁਕਤੇ ਬਹੁਤ ਵੱਡੇ ਲੱਗਦੇ ਨੇ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਪਹਿਲੀ ਵਾਰ ਹੋਇਆ ਕਿ ਪੰਜਾਬੀ ਸਾਰੇ ਇਕੱਠੇ ਹੋ ਕੇ ਇੱਕ ਮਕਸਦ ਲਈ ਲੜੇ ਨੇ। ਜੇ ਤੁਸੀਂ ਪਿੱਛੇ ਚੱਲ ਕੇ ਦੇਖੋਗੇ ਤਾਂ
ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਉਹ ਸ਼ੁਰੂਆਤ ਭਾਵੇਂ ਪੰਜਾਬ ਦੀ ਲੜਾਈ ਦੇ ਤੌਰ ਤੇ ਹੁੰਦੀਆਂ ਸਨ, ਪਰ ਦਿਨ ਵੀ ਨਹੀਂ ਸੀ ਲੱਗਦੇ ਕਿ ਉਹ ਲੜਾਈ ਧਰਮਾਂ ਦੀ ਲੜਾਈ ਬਣ ਜਾਂਦੀ ਸੀ, ਉਹ ਸਿੱਖਾਂ ਦੀ ਜਾਂ ਹਿੰਦੂਆਂ ਦੀ ਲੜਾਈ ਬਣ ਜਾਂਦੀ ਸੀ, ਜਾਂ ਕਦੇ ਦਲਿਤਾਂ ਦੀ ਲੜਾਈ ਬਣ ਜਾਂਦੀ ਸੀ। ਇਹ ਪਹਿਲੀ ਲੜਾਈ ਹੈ ਜਿਹਦੇ ਵਿੱਚ ਸਾਰਾ ਪੰਜਾਬ ਇਕੱਠਾ ਹੈ। ਧਰਮ ਦਾ ਸਵਾਲ, ਜਾਤਾਂ ਦਾ ਸਵਾਲ ਬਹੁਤ ਪਿੱਛੇ ਰਹਿ ਗਿਆ। ਇੱਕ ਇਹੋ ਜਿਹੀ ਲੜਾਈ ਹੈ ਜਿਸ ਦੇ ਵਿੱਚ ਇਹਨੂੰ ਕਹੋ ਕਿ ਸੱਭਿਆਚਾਰਕ ਤੌਰ ਦੇ ਉੱਪਰ ਅਸੀਂ ਲੜ ਰਹੇ ਹਾਂ, ਔਰ ਇਸ ਤੋਂ ਵੀ ਅਗਾਂਹ ਜਾ ਕੇ ਅਸੀਂ ਸਹੀ ਮਾਇਨੇ ਦੇ ਵਿੱਚ ਉਸੇ ਹੀ ਤਰਜ਼ ਦੇ ਉੱਪਰ ਲੜਾਈ ਲੜ ਰਹੇ ਹਾਂ ਜਿੱਦਾਂ ਇੱਕ ਆਰਥਿਕ ਲੜਾਈ ਲੜੀ ਜਾਣੀ ਬਣਦੀ ਹੈ। ਭਾਵੇਂ ਕਿ ਆਰਥਿਕ ਲੜਾਈ ਹੈ, ਇਸ ਨੂੰ ਕਦੇ ਵੀ ਇਹਦੀ ਸ਼ੇਪ ਜਿਹੜੀ ਹੈ, ਇਹਦੀ ਸ਼ਕਲ, ਇਹਦੀ ਦਿੱਖ ਬਦਲਣ ਨਹੀਂ ਦਿੱਤੀ ਗਈ। ਕਿਸਾਨਾਂ ਨੇ ਕਦੇ ਇਸ ਨੂੰ ਇੱਥੋਂ ਤੱਕ ਕਿ ਇਹ ਫੈਡਰਲਿਜ਼ਮ ਦਾ ਮੁੱਦਾ ਹੈ, ਲੇਕਿਨ ਕਿਸਾਨ ਜਥੇਬੰਦੀਆਂ ਇਹ ਸਮਝਦੀਆਂ ਸਨ ਕਿ ਕਿਤੇ ਫੈਡਰਲਿਜ਼ਮ ਦੀ ਆੜ ਦੇ ਵਿੱਚ ਇਸ ਨੂੰ ਫਿਰ ਮਤਲਬ ਕਿ ਇੱਕ ਦੇਸ਼ ਵਿਰੋਧੀ ਲੜਾਈ ਨਾ ਬਣਾ ਦਿੱਤਾ ਜਾਵੇ। ਇੱਕ ਵਾਰੀ ਉਹਨਾਂ ਨੇ ਇਹ ਮੁੱਦਾ ਵੀ ਜਿਹੜਾ ਸੀ ਉਭਾਰਨ ਤੋਂ ਇਨਕਾਰ ਕੀਤਾ ਸੁਚੇਤ ਰੂਪ ਦੇ ਵਿੱਚ। ਹਾਲਾਂਕਿ ਕਿਤੇ ਨਾ ਕਿਤੇ ਇਹ ਮੇਰੇ ਵਰਗੇ ਲੋਕਾਂ ਲਈ ਇਹ ਫੈਡਰਲਿਜ਼ਮ ਦਾ ਮੁੱਦਾ ਵੀ ਹੈ, ਪੰਜਾਬੀਆਂ ਦੇ ਲਈ ਇਹ ਫੈਡਰਲਿਜ਼ਮ ਦਾ ਮੁੱਦਾ ਵੀ ਹੈ, ਔਰ ਦੇਸ਼ ਵਿੱਚ ਜਿਹੜੀ ਵੀ ਸਟੇਟ ਆਪਣੀ ਕਲਚਰ ਨੂੰ ਔਰ ਆਪਣੀ ਸਟੇਟ ਨੂੰ ਪਿਆਰ ਕਰਦੇ ਨੇ, ਜਿਸ ਸਟੇਟ ਦੇ ਲੋਕ, ਉਹਨਾਂ ਲਈ ਇਹ ਫੈਡਰਲਿਜ਼ਮ ਦਾ ਮੁੱਦਾ ਵੀ ਹੈ। ਲੇਕਿਨ ਕਿਸਾਨ ਜਥੇਬੰਦੀਆਂ ਪੰਜਾਬ ਦੇ ਪੁਰਾਣੀਆਂ ਲੜਾਈਆਂ ਦੇ ਇਤਿਹਾਸ ਤੋਂ ਥੋੜ੍ਹੀਆਂ ਜਿਹੀਆਂ ਡਰੀਆਂ ਹੋਈਆਂ ਸਨ, ਔਰ ਸੁਚੇਤ ਸਨ ਕਿ ਚਲੋ ਇੱਕ ਵਾਰ ਇਹ ਆਰਥਿਕ ਲੜਾਈ ਹੈ, ਅਸੀਂ ਇਸ ਨੂੰ ਇਸੇ ਹੀ ਪੈਟਰਨ ਦੇ ਉੱਪਰ ਲੜਦੇ ਹਾਂ। ਔਰ ਇਹੀ ਕਾਰਨ ਹੈ, ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਇਹ ਲੜਾਈ ਹੈ ਜਿਸ ਦੇ ਵਿੱਚ ਸਿਰਫ ਸਿੱਖ ਨਹੀਂ ਲੜ ਰਹੇ, ਹਿੰਦੂ ਵੀ ਨਹੀਂ ਲੜ ਰਹੇ, ਜੱਟ ਤੇ ਦਲਿਤ ਹਰ ਇੱਕ ਵਰਗ ਦੇ ਜਿਹੜੇ ਲੋਕ ਨੇ ਖੁਸ਼ੀ ਦੇ ਨਾਲ ਇਸ ਲੜਾਈ ਦੇ ਵਿੱਚ ਲੜ ਰਹੇ ਨੇ। ਔਰ ਇੱਥੋਂ ਤੱਕ ਕਿ ਹਰਿਆਣਾ ਉਹ ਇਹ ਭੁੱਲ ਕੇ ਕਿ ਇਹ ਲੜਾਈ ਪੰਜਾਬ ਨੇ ਸ਼ੁਰੂ ਕੀਤੀ ਹੈ, ਉਹ ਵੀ ਸਾਡੇ ਨਾਲ ਉੱਥੇ ਬੈਠਾ ਹੈ, ਔਰ ਜਿਸ ਕਰਕੇ ਇਸ ਲੜਾਈ ਦੀ ਦਿੱਖ ਜਿਹੜੀ ਹੈ ਉਹ ਭਾਰਤੀ ਪੱਧਰ ਦੇ ਉੱਪਰ ਹੈ। ਹੋਰ ਸਟੇਟਾਂ ਦੇ ਲੋਕ ਵੀ ਉੱਥੇ ਆ ਕੇ ਸਾਥ ਦੇ ਰਹੇ ਨੇ, ਜਿਸ ਕਰਕੇ ਇਹ ਲੜਾਈ ਬਹੁਤ ਵੱਡੀ ਹੈ ਔਰ ਆਰਥਿਕ ਲੜਾਈ ਹੈ। ਔਰ ਸਭ ਤੋਂ ਖੂਬਸੂਰਤ ਚੀਜ਼ ਇਹ ਹੈ ਕਿ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਲੜਾਈ ਦਾ ਮੁਹਾਂਦਰਾ ਨਹੀਂ ਬਦਲਿਆ। ਇਸ ਨੂੰ ਆਰਥਿਕ ਲੜਾਈ ਹੀ, ਕਿਸਾਨ ਬਿੱਲਾਂ ਦੀ ਲੜਾਈ ਹੀ ਮੰਨ ਕੇ ਲੜਿਆ ਜਾ ਰਿਹਾ। ਇਹ ਬਹੁਤ ਵੱਡੀ ਅਚੀਵਮੈਂਟ ਹੈ। ਮੈਂ ਕਿਉਂ ਇਸ ਪੁਆਇੰਟ ਨੂੰ ਮਹੱਤਵਪੂਰਨ ਮੰਨਦਾ? ਅਤੀਤ ਦੇ ਵਿੱਚ ਪੰਜਾਬ ਦੀਆਂ ਕਿੰਨੀਆਂ ਇਹੋ ਜਿਹੀਆਂ ਲੜਾਈਆਂ ਸਨ ਜਿਹੜੀਆਂ ਕਿ ਸਾਰੇ ਪੰਜਾਬ ਦੀਆਂ ਸਾਂਝੀਆਂ ਲੜਾਈਆਂ ਸਨ। ਉਦਾਹਰਨ ਦੇ ਤੌਰ ਤੇ ਰਾਜਧਾਨੀ ਤੇ ਪਾਣੀਆਂ ਦਾ ਮਸਲਾ। ਹੁਣ ਪਾਣੀ ਤਾਂ ਸਾਰੇ ਪੰਜਾਬ ਦੇ, ਜੇ ਪਾਣੀ ਪੰਜਾਬ ਨੂੰ ਮਿਲੂਗਾ ਤਾਂ ਸਾਰੇ ਪੰਜਾਬ ਨੂੰ ਮਿਲੂਗਾ। ਜੇ ਰਾਜਧਾਨੀ ਪੰਜਾਬ ਨੂੰ ਮਿਲੂਗੀ ਤਾਂ ਸਾਰੇ ਪੰਜਾਬ ਨੂੰ ਮਿਲੂਗੀ। ਇੰਡਸਟਰੀ ਮਿਲੂਗੀ ਤਾਂ ਸਾਰੇ ਪੰਜਾਬ ਨੂੰ ਮਿਲੂਗੀ, ਫਾਇਦਾ ਸਾਰੇ ਪੰਜਾਬੀਆਂ ਨੂੰ ਹੋਊਗਾ। ਲੇਕਿਨ ਪ੍ਰੋਬਲਮ ਕਿੱਥੇ ਆਉਂਦੀ ਸੀ ਕਿ ਜਦੋਂ ਲੜਾਈ ਸ਼ੁਰੂ ਹੁੰਦੀ ਸੀ, ਔਰ ਆਫ ਕੋਰਸ ਜਿਹੜੇ ਕੁਝ ਸਿੱਖ ਜਥੇਬੰਦੀਆਂ ਅੱਗੇ ਹੋ ਕੇ ਸ਼ੁਰੂ ਕਰਦੀਆਂ ਸਨ, ਤਾਂ ਬਹੁਤ ਜਲਦੀ ਜਿਹੜਾ ਸੀ ਇਹ ਮੰਨ ਲਿਆ ਜਾਂਦਾ ਸੀ ਕਿ ਦੇਖੋ ਜੀ ਸਿੱਖਾਂ ਦੀ ਲੜਾਈ, ਹਾਲਾਂਕਿ ਫਾਇਦਾ ਪੂਰੇ ਪੰਜਾਬ ਨੂੰ ਹੋਣਾ। ਔਰ ਸਿੱਖਾਂ ਦੇ ਲਈ ਦੂਰੀ ਮੁਸੀਬਤ, ਇੱਕ ਤਾਂ ਉਹ ਪੰਜਾਬ ਲਈ ਲੜਦੇ ਸਨ, ਨਾਲੇ ਉਹ ਬਦਨਾਮ ਹੁੰਦੇ ਸਨ ਕਿ ਦੇਖੋ ਜੀ ਇਹ ਤਾਂ ਹਰ ਗੱਲ ਤੇ ਝੱਜੂ ਪਾ ਕੇ ਬਹਿ ਜਾਂਦੇ, ਲੜਾਈ ਕਰਕੇ ਬਹਿ ਜਾਂਦੇ ਆ। ਹਾਲਾਂਕਿ ਉਹ ਆਪਣੇ ਵੱਲੋਂ ਉਹੀ ਕਰ ਰਹੇ ਹੈ ਜੋ ਸਾਰੇ ਪੰਜਾਬੀਆਂ ਨੂੰ ਕਰਨਾ ਚਾਹੀਦਾ। ਉਹ ਜ਼ਿੰਮੇਵਾਰੀ ਵੀ ਚੱਕਦੇ ਨੇ ਤੇ ਉਹ ਬਦਨਾਮੀ ਵੀ ਹਾਸਲ ਕਰਦੇ ਰਹੇ। ਕਿਉਂ? ਕਿਉਂਕਿ ਉਹਨਾਂ ਦੀ ਲੜਾਈ ਨੂੰ ਬਹੁਤ ਜਲਦੀ ਕੋਈ ਨਾ ਕੋਈ ਸਰਕਾਰੀ ਏਜੰਸੀਆਂ ਵਿੱਚ ਆ ਕੇ ਜਾਂ ਕੁਝ ਉਸ ਨੂੰ ਇੱਕ ਫਿਰਕੂ ਰੰਗਤ ਦੇ ਦਿੰਦੀਆਂ। ਹਾਲਾਂਕਿ ਧਰਮ ਦੇ ਪਲੇਟਫਾਰਮ ਤੋਂ ਹੱਕ ਸੱਚ ਦੀ ਲੜਾਈ ਲੜਨਾ ਕੋਈ ਸਿੱਖਾਂ ਦੇ ਲਈ ਨਵੀਂ ਗੱਲ ਨਹੀਂ ਹੈ। ਸਿੱਖਾਂ ਨੇ ਅਤੀਤ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ, ਪੰਜਾਬ ਦੇ ਸਿੱਖਾਂ ਨੇ, ਉਹ ਭਾਵੇਂ ਧਾਰਮਿਕ ਪਲੇਟਫਾਰਮ ਤੋਂ ਲੜੀਆਂ, ਲੇਕਿਨ ਹੁੰਦੀਆਂ ਤਾਂ ਉਹ ਦੇਸ਼ ਕੌਮ ਦੇ ਲਈ ਸਨ। ਉਦਾਹਰਨ ਦੇ ਤੌਰ ਤੇ ਜੇ ਮੱਧ ਕਾਲ ਦੇ ਵਿੱਚ ਬਾਹਰੋਂ ਸਾਡੇ ਤੇ ਹਮਲੇ ਹੁੰਦੇ ਸਨ ਤਾਂ ਉਹਨਾਂ ਹਮਲਿਆਂ ਨੂੰ ਅਸੀਂ ਗੁਰਦੁਆਰਿਆਂ ਵਿੱਚੋਂ ਹੀ ਕਾਊਂਟਰ ਕਰਦੇ ਰਹੇ ਹਾਂ, ਗੁਰਦੁਆਰੇ ਉਹਦੀ ਸਪੋਰਟ ਬਣਦੇ ਰਹੇ। ਉਦੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਅਸੀਂ ਈਵਨ ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਵੀ ਤਾਂ ਜਿੰਨੀਆਂ ਲੜਾਈਆਂ ਲੜੀਆਂ ਗੁਰਦੁਆਰਿਆਂ ਵਿੱਚੋਂ ਹੀ ਲੜੀਆਂ। ਈਵਨ ਐਮਰਜੈਂਸੀ ਦੇ ਖਿਲਾਫ ਵੀ ਜਿਹੜੇ ਜਥੇ ਜਾਂਦੇ ਰਹੇ ਉਹ ਗੁਰਦੁਆਰਿਆਂ ਵਿੱਚੋਂ ਚੱਲਦੇ ਰਹੇ। ਉਸ ਵੇਲੇ ਦੇਸ਼ ਇਤਰਾਜ਼ ਨਹੀਂ ਸੀ ਕਰਦਾ। ਲੇਕਿਨ ਅਨਫੋਰਚੂਨੇਟ ਫੈਕਟਰ ਬਣਦਾ ਸੀ ਜਦੋਂ ਪੰਜਾਬ ਦੀ ਕੋਈ ਲੜਾਈ ਇਹੋ ਜਿਹੀ ਸ਼ੁਰੂ ਹੁੰਦੀ ਸੀ, ਉਹਦੇ ਵਿੱਚੋਂ ਕੋਈ ਨਾ ਕੋਈ ਮਤਲਬ ਕਿ ਏਜੰਸੀ ਸ਼ਰਾਰਤ ਕਰ ਦਿੰਦੀ ਸੀਗੀ ਔਰ ਉਸ ਲੜਾਈ ਨੂੰ ਲਓ ਜੀ ਤਾਂ ਸਿੱਖਾਂ ਦੀ ਲੜਾਈ ਹੈ। ਉਹਦੇ ਨਾਲ ਕੀ ਹੁੰਦਾ ਸੀ, ਅੱਧੇ ਪੰਜਾਬੀ ਡਰ ਕੇ ਪਿੱਛੇ ਹਟ ਜਾਂਦੇ ਸੀ। ਤੁਸੀਂ ਦੇਖ ਸਕਦੇ ਹੋ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਕਿੰਨੇ ਅੰਦੋਲਨ ਕੀਤੇ ਹੈ, ਸ਼ਾਇਦ ਹੀ ਕਿਸੇ ਵਿੱਚ ਜਿੱਤ ਪ੍ਰਾਪਤ ਹੋਈ ਹੋਵੇ। ਸਾਰਿਆਂ ਵਿੱਚ ਨੁਕਸਾਨ ਹੀ ਹੋਇਆ। ਕਿਉਂ? ਕਿਉਂਕਿ ਉਸ ਲੜਾਈ ਦਾ ਨੁਹਾਰ ਬਦਲ ਦਿੱਤੀ ਜਾਂਦੀ ਸੀ ਔਰ ਲੜਨ ਵਾਲੇ ਪੂਰੇ ਸੁਹਿਰਦ ਤੇ ਪੂਰੇ ਇਮਾਨਦਾਰ ਹੁੰਦੇ ਹੋਏ ਵੀ ਜਿਹੜੇ ਸੀ ਉਹ ਮਾਰ ਖਾਂਦੇ ਰਹੇ। ਇਹ ਇੱਕ ਅਜਿਹੀ ਲੜਾਈ ਹੈ ਜਿਹੜੀ 10 ਮਹੀਨੇ ਤੋਂ ਲਗਾਤਾਰ ਇਸ ਦੇ ਉੱਪਰ ਕੋਈ ਇਲਜ਼ਾਮ ਨਹੀਂ ਲੱਗ ਸਕਿਆ। 26 ਜਨਵਰੀ ਵਾਲੀ ਘਟਨਾ ਨੂੰ ਵੱਡਾ ਬਣਾ ਕੇ ਨੈਸ਼ਨਲ ਮੀਡੀਆ ਨੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਤੁਸੀਂ ਦੇਖਦੇ ਹੋ ਉਹ ਵੀ ਖਤਮ ਹੋ ਚੁੱਕਿਆ। ਫਿਰ ਕਿਸਾਨ ਅੰਦੋਲਨ ਉੱਥੇ ਦਾ ਉੱਥੇ ਬੈਠਾ। ਇਸ ਲੜਾਈ ਦਾ ਇੱਕ ਦੂਜਾ ਫਾਇਦਾ ਬਹੁਤ ਵੱਡਾ ਇਹ ਹੋਇਆ ਕਿ ਇੱਕ ਵਾਰ ਫਿਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਇੱਕ ਸਪਸ਼ਟ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਹੋਏ ਨੇ ਕਿ ਜੇ ਤੁਸੀਂ ਇੱਕ ਰਾਸ਼ਟਰ ਦੇ ਨਾਮ ਦੇ ਉੱਪਰ
ਪੰਜਾਬ ਦੇ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਪੰਜਾਬ ਰਿਐਕਟ ਕਰੂਗਾ। ਇੱਕ ਬਹੁਤ ਵੱਡਾ ਸੁਨੇਹਾ ਸੈਂਟਰ ਨੂੰ ਗਿਆ। ਮੈਨੂੰ ਲੱਗਦਾ ਹੈ ਕਿ ਇਹ ਐਡਾ ਵੱਡਾ ਸੁਨੇਹਾ ਹੈ ਕਿ ਇਸ ਤੋਂ ਬਾਅਦ ਸ਼ਾਇਦ ਭਾਜਪਾ ਰਾਜਾਂ ਨਾਲ ਲੜਾਈ ਲੈਣ ਤੋਂ ਵੀ ਕਿਸੇ ਨਾ ਕਿਸੇ ਤਰੀਕੇ ਗੁਰੇਜ਼ ਕਰੇ। ਔਰ ਪੰਜਾਬ ਦਾ ਇਹ ਇਤਿਹਾਸ ਹੈ, ਜਦ ਵੀ ਕਿਤੇ ਦੇਸ਼ ਦੇ ਵਿੱਚ ਕੁਝ ਅਜਿਹਾ ਹੁੰਦਾ, ਭਾਵੇਂ ਉਸਦਾ ਸਬੰਧ ਸਾਰੇ ਦੇਸ਼ ਨਾਲ ਹੋਵੇ, ਉਦਾਹਰਨ ਦੇ ਤੌਰ ਤੇ ਐਮਰਜੈਂਸੀ, ਪੰਜਾਬ ਅੱਗੇ ਹੋ ਕੇ ਲੜਦਾ। ਹੱਕ ਸੱਚ ਦੀ ਲੜਾਈ ਲੜਨ ਲਈ ਪੰਜਾਬੀ ਜਾਣੇ ਜਾਂਦੇ ਨੇ। ਤਾਂ ਇਹ ਮੈਸੇਜ ਜਿਹੜਾ ਹੈ ਸਰਕਾਰ ਨੂੰ ਦੇਣਾ ਬਹੁਤ ਜ਼ਰੂਰੀ ਸੀ ਕਿ ਬੇਸ਼ੱਕ ਅਸੀਂ ਗਿਣਤੀ ਵਿੱਚ ਘੱਟ ਹੋਈਏ, ਲੇਕਿਨ ਜੇ ਤੁਸੀਂ ਕੁਝ ਗਲਤ ਕਰੋਗੇ ਤਾਂ ਅਸੀਂ ਲੜਾਈ ਲੜ ਸਕਦੇ ਹਾਂ, ਔਰ ਵੱਡੀ ਲੜਾਈ ਲੜ ਸਕਦੇ ਹਾਂ, ਔਰ ਸੂਝਵਾਨ ਨਾਲ ਤਰੀਕੇ ਨਾਲ ਵੀ ਲੜ ਸਕਦੇ ਹਾਂ। ਜ਼ਰੂਰ ਕੇਂਦਰ ਅਗਾਂਹ ਤੋਂ ਪੰਜਾਬ ਦੇ ਨਾਲ ਕੋਈ ਪੰਗਾ ਲੈਣ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਸੋਚੇਗਾ। ਇੱਕ ਹੋਰ ਫਾਇਦਾ ਦੇਖਦੇ ਹਾਂ, ਮੈਂ ਤੀਜਾ ਫਾਇਦਾ ਇਸ ਨੂੰ ਕਹਿਣਾ ਚਾਹਾਂਗਾ ਕਿ 5-6 ਲੱਖ ਦੇ ਕਰੀਬ ਜਿਹੜੇ ਪੰਜਾਬ ਦੇ ਲੋਕ ਨੇ ਉਹ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਮੂਵ ਕਰ ਰਹੇ ਨੇ। ਆਉਂਦੇ ਨੇ, ਚਲੇ ਜਾਂਦੇ ਨੇ, ਫਿਰ ਆਉਂਦੇ ਨੇ, ਫਿਰ ਚਲੇ ਜਾਂਦੇ ਨੇ, ਉੱਥੇ ਰਹਿੰਦੇ ਨੇ 10-10, 15 ਦਿਨ, ਔਰ ਉੱਥੇ ਡਿਸਕਸ਼ਨਸ ਹੁੰਦੀਆਂ ਨੇ, ਉੱਥੇ ਵਿਚਾਰ ਵਟਾਂਦਰਾ ਹੁੰਦਾ ਹੈ। ਔਰ ਉਹ ਲੋਕ ਜਿਹੜੇ ਨੇ ਪਹਿਲੀ ਵਾਰੀ ਪੰਜਾਬ ਤੋਂ ਬਾਹਰ ਨਿਕਲ ਕੇ ਉਹ ਕੇਂਦਰ ਸਰਕਾਰ ਤੇ ਰਾਜਾਂ ਦੇ ਸਬੰਧਾਂ ਬਾਰੇ ਵਿਚਾਰ ਕਰਦੇ ਨੇ। ਉਹ ਦੇਸ਼ ਦੀਆਂ ਆਰਥਿਕ ਨੀਤੀਆਂ ਨੂੰ ਸਮਝਦੇ ਨੇ। ਉਹ ਕਾਰਪੋਰੇਟ ਸੈਕਟਰ ਦੀਆਂ ਜਿਹੜੀਆਂ ਚਲਾਕੀਆਂ ਨੇ ਉਹਨਾਂ ਨੂੰ ਸਮਝਣਾ ਸ਼ੁਰੂ ਕਰਦੇ ਨੇ। ਭਾਵ ਸਾਡਾ ਇਸ ਅੰਦੋਲਨ ਨਾਲ ਜੁੜ ਕੇ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਸਾਡੇ ਲੋਕ ਜਿਹੜੇ ਨੇ ਪੰਜਾਬ ਤੋਂ ਬਾਹਰ ਨਿਕਲ ਕੇ ਦਿੱਲੀ ਵਿੱਚ ਬੈਠ ਕੇ ਲੰਬਾ ਸਮਾਂ 10 ਮਹੀਨੇ ਦਾ ਸਮਾਂ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਤੇ ਵਿਚਾਰ ਕੀਤਾ। ਉਹਨਾਂ ਨੂੰ ਇਸ ਪੋਲੀਟੀਕਲ ਸਿਸਟਮ ਦੀ ਸਮਝ ਆਉਣੀ ਸ਼ੁਰੂ ਹੋਈ ਹੈ। ਮੈਂ ਬਹੁਤ ਸਾਰੇ ਲੋਕਾਂ ਨਾਲ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਨੇ, ਉਹਨਾਂ ਵਿੱਚੋਂ ਕਾਫੀ ਨੌਜਵਾਨ ਵੀ ਨੇ, ਉਹਨਾਂ ਨਾਲ ਜੁੜਿਆ ਹੋਇਆ, ਅਤੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ, ਯਕੀਨ ਮੰਨੋ ਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਇੰਨੀਆਂ ਗੱਲਾਂ ਤਾਂ ਅੱਜ ਉਹ ਵੀ ਕਰਨਾ ਸਿੱਖ ਚੁੱਕੇ ਨੇ। ਉਹਨਾਂ ਨੂੰ ਵੀ ਪਤਾ ਕਿ ਸਾਨੂੰ ਅਤੀਤ ਵਿੱਚ ਕਿੱਦਾਂ ਮੂਰਖ ਬਣਾਇਆ ਗਿਆ। ਸਭ ਤੋਂ ਪੋਜ਼ਿਟਿਵ ਚੀਜ਼ ਇਹ ਹੈ ਕਿ ਉਹਨਾਂ ਨੂੰ ਆਪਣੀ ਖੇਤੀਬਾੜੀ ਦੇ ਨੁਕਸ ਵੀ ਨਜ਼ਰ ਆ ਗਏ ਕਿ ਸਾਡੀ ਖੇਤੀਬਾੜੀ ਦੀ ਸ਼ੈਲੀ ਵਿੱਚ ਕੀ ਗਲਤ ਚੀਜ਼ਾਂ ਨੇ। ਪਰ ਉਹਨਾਂ ਨੇ ਇੰਨਾ ਕੁਝ ਸਿੱਖਿਆ ਇਸ ਅੰਦੋਲਨ ਦੇ ਰਾਹੀਂ। ਪੰਜਾਬ ਦੇ ਆਮ ਲੋਕਾਂ ਨੇ, ਉਹਨਾਂ ਪੇਂਡੂ ਲੋਕਾਂ ਨੇ ਜਿਹੜੇ ਕਦੇ ਘਰਾਂ ਤੋਂ ਬਾਹਰ, ਪਿੰਡਾਂ ਤੋਂ ਬਾਹਰ ਨਹੀਂ ਸੀ ਨਿਕਲੇ, ਉਹਨਾਂ ਨੂੰ ਸਾਰੀ ਦੁਨੀਆ ਦੀ ਸਮਝ ਲੱਗੀ ਹੈ। ਔਰ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਰਵਾਇਤੀ ਪਾਰਟੀਆਂ ਜਿਹੜੀਆਂ ਸਨ ਉਹਨਾਂ ਨੂੰ ਧਰਮ ਦੇ ਨਾਮ ਦੇ ਉੱਪਰ, ਜਾਤਾਂ ਦੇ ਨਾਮ ਦੇ ਉੱਪਰ ਔਰ ਉਲਝਾ ਕੇ ਤੇ ਉਹਨਾਂ ਨੂੰ ਭ੍ਰਮਿਤ ਕਰਕੇ ਕਿਸ ਤਰੀਕੇ ਨਾਲ ਉਹਨਾਂ ਦੀ ਖੇਤੀ ਦਾ ਨੁਕਸਾਨ ਕਰਦੀਆਂ ਰਹੀਆਂ। ਆਫਕੋਰਸ ਸਾਡੇ ਪੰਜਾਬ ਦੀ ਵੱਡੀ ਸਮੱਸਿਆ ਹੁਣ ਤੱਕ ਇਹੀ ਰਹੀ ਹੈ ਕਿ ਰਵਾਇਤੀ ਪਾਰਟੀਆਂ ਲੜਾਈ ਜਿਹੜੀਆਂ ਸਨ ਜਾਂ ਜਿਹੜੇ ਇਲੈਕਸ਼ਨ ਲੜਦੀਆਂ ਸਨ ਉਹ ਤਾਂ ਧਰਮ ਦੇ ਨਾਮ ਤੇ ਲੜਦੀਆਂ ਸਨ। ਲੇਕਿਨ ਬਾਅਦ ਦੇ ਵਿੱਚ ਜਿਹੜੀ ਲੁੱਟ ਖਸੁੱਟ ਮਚਦੀ ਸੀ ਉਹ ਆਰਥਿਕ ਹੁੰਦੀ ਸੀ। ਉਹਦੇ ਨਾਲ ਕਿਸਾਨੀ ਲਗਾਤਾਰ ਜਿਹੜੀ ਸੰਕਟ ਵਿੱਚ ਘਿਰਦੀ ਗਈ, ਔਰ ਜਿਹੜੀ ਜਿਸ ਨੂੰ ਅਸੀਂ ਕਹਿੰਦੇ ਹਾਂ ਧਰਤੀ ਉੱਪਰ ਵੱਧਦੇ ਭਾਰ ਦੇ ਕਾਰਨ ਲਗਾਤਾਰ ਜ਼ਮੀਨ ਜਿਹੜੀ ਸੀ ਉਹ ਟੁਕੜਿਆਂ ਦੇ ਵਿੱਚ ਵੰਡੀ ਜਾਂਦੀ ਰਹੀ, ਔਰ ਕਿਸਾਨ ਕਰਜ਼ਿਆਂ ਵਿੱਚ ਫਸ ਕੇ ਖੁਦਕੁਸ਼ੀਆਂ ਕਰਦੇ ਰਹੇ, ਔਰ ਕਦੇ ਵੀ ਸਰਕਾਰਾਂ ਨੇ ਕੋਈ ਵੱਡੀ ਪਲੈਨਿੰਗ ਨਹੀਂ ਕੀਤੀ ਖੇਤੀ ਨੂੰ ਬਚਾਉਣ ਦੇ ਲਈ। ਹੁਣ ਕਿਸਾਨਾਂ ਨੂੰ ਇਹ ਚੀਜ਼ ਸਮਝ ਆ ਗਈ। ਤਾਂ ਇਹਦਾ ਸਿੱਟਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੰਜਾਬ ਦੇ ਵਿੱਚ 22 ਦੇ ਵਿੱਚ ਇਲੈਕਸ਼ਨ ਨੇ, ਔਰ ਜਿਹੜੀ ਵੀ ਪਾਰਟੀ ਪੰਜਾਬ ਦੇ ਵਿੱਚ ਜਾਂਦੀ ਹੈ ਵੋਟਾਂ ਮੰਗਣ, ਲੋਕ ਡਟ ਕੇ ਉਹਨਾਂ ਦਾ ਵਿਰੋਧ ਕਰਦੇ ਨੇ, ਘੇਰ ਲੈਂਦੇ ਨੇ ਉਹਨਾਂ ਨੂੰ। ਸੁਖਬੀਰ ਸਿੰਘ ਬਾਦਲ ਜੀ ਨੂੰ ਆਪਣੀ 100 ਦਿਨ ਦੀ ਯਾਤਰਾ ਰੱਦ ਕਰਨੀ ਪੈ ਗਈ ਕਿਸਾਨਾਂ ਦੇ ਵਿਰੋਧ ਦੇ ਚੱਲਦੇ। ਔਰ ਸਿਰਫ ਅਜਿਹਾ ਨਹੀਂ ਕਿ ਉਹ ਹੁੱਲੜ ਮਚਾਉਂਦੇ ਹੋਣ, ਨਹੀਂ, ਉਹ ਬਕਾਇਦਾ ਰੋਕ ਕੇ ਸਵਾਲ ਕਰਦੇ ਨੇ। ਉਹ ਪੁੱਛਦੇ ਨੇ ਕਿ ਤੁਸੀਂ ਸਾਡੇ ਨਾਲ ਆ ਕੀਤਾ। ਉਹ ਜਿਹੜਾ ਵੀ MLA ਜਾਂਦਾ ਉਸ ਨੂੰ ਘੇਰ ਲੈਂਦੇ ਨੇ। ਉਹ ਪਿਛਲੇ ਵਾਅਦਿਆਂ ਦਾ ਹਿਸਾਬ ਮੰਗਦੇ ਨੇ। ਔਰ ਉਹ ਜੇ ਤੁਸੀਂ ਆਹ ਵੀਡੀਓਜ਼ ਦੇਖੀਆਂ ਹੋਣਗੀਆਂ ਜਿਹੜੀਆਂ ਮੋਗੇ ਦੇ ਵਿੱਚ ਰੈਲੀ ਹੋ ਰਹੀ ਹੈਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਔਰ ਉੱਥੇ ਇੱਕ ਟਰੈਕਟਰ ਜਾ ਰਿਹਾ, ਔਰ ਜਿਹੜੇ ਥੱਲੇ ਖੜੇ ਕਿਸਾਨ ਨੇ ਉਹ ਕੀ ਆਵਾਜ਼ਾਂ ਮਾਰ ਰਹੇ ਨੇ, ਉਹ ਬਜ਼ੁਰਗੋ ਸ਼ਰਮ ਕਰੋ, ਅਸੀਂ ਦਿੱਲੀ ਬੈਠੇ ਮਰ ਰਹੇ ਆਪਣੇ ਲੋਕ ਤੇ ਤੁਸੀਂ ਚੋਣਾਂ 'ਚ ਭੱਜੇ ਫਿਰਦੇ ਹੋ। ਉਹ ਫਲਾਣਿਆ ਸ਼ਰਮ ਕਰ, ਉਹ ਵੀਰਾ ਤੂੰ ਸ਼ਰਮ ਕਰ, ਤੈਨੂੰ ਸਮਝ ਨਹੀਂ ਆਉਂਦੀ ਸਾਡੇ ਨਾਲ ਹੋ ਕੀ ਰਿਹਾ, ਤੂੰ ਹਲੇ ਫੇਰ ਮੂਰਖ ਬਣੇਗਾ। ਇਹੋ ਜਿਹੇ ਡਾਇਲੌਗ ਤੁਸੀਂ ਵੀਡੀਓਜ਼ ਦੇ ਵਿੱਚ ਸੁਣੇ ਹੋਣਗੇ। ਔਰ ਇਹ ਸਵਾਲ ਲੋਕਾਂ ਦੇ ਮਨ ਵਿੱਚ ਪੈਦਾ ਕਰਨ ਦਾ ਸਭ ਤੋਂ ਵੱਡਾ ਕ੍ਰੈਡਿਟ ਇਸੇ ਕਿਸਾਨ ਅੰਦੋਲਨ ਨੂੰ ਜਾਂਦਾ। ਸਧਾਰਨ ਅਰਥਾਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੀ ਸੋਚ ਹੁਣ ਪੰਜਾਬ ਦੀ ਰਾਜਨੀਤੀ ਬਾਰੇ ਕਾਫੀ ਬਦਲ ਗਈ ਹੈ, ਔਰ ਸਾਰੀਆਂ ਪਾਰਟੀਆਂ ਸੰਕਟ ਦੇ ਵਿੱਚ ਨੇ। ਉਹਨਾਂ ਨੇ ਆਪ ਨੂੰ ਵੀ ਨਹੀਂ ਛੱਡਿਆ। ਹਾਲਾਂਕਿ ਆਪ ਵਾਲਿਆਂ ਨੇ ਕਦੇ ਰਾਜ ਨਹੀਂ ਕੀਤਾ, ਉਹਨਾਂ ਨੇ ਕਾਂਗਰਸ ਨੂੰ ਸਵਾਲ ਕੀਤੇ। ਉਹ ਭਾਜਪਾ ਦੇ ਲੋਕਾਂ ਨੂੰ ਤਾਂ ਸਮਝ ਲਓ ਕਿ ਗਲੀਆਂ ਵਿੱਚ ਨਿਕਲਣ ਨਹੀਂ ਦਿੱਤਾ ਜਾ ਰਿਹਾ। ਆਫਕੋਰਸ ਇਹਦੇ ਕੁਝ ਚੰਗੇ ਮਾੜੇ ਪਹਿਲੂ ਵੀ ਨੇ। ਜਿਹੜਾ ਇਹ ਘਰਾਓ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ, ਉਗਰਾਹਾਂ ਸਾਹਿਬ ਨੂੰ ਕਹਿਣਾ ਪਿਆ ਕਿ ਸਾਰੀਆਂ ਪਾਰਟੀਆਂ ਦਾ ਵਿਰੋਧ ਨਾ ਕਰੋ, ਪਰ ਲੋਕ ਜਿਹੜੇ ਨੇ ਉਹ ਪਹਿਲੀ ਵਾਰੀ ਸਵਾਲ ਕਰਨ ਲੱਗੇ ਨੇ।
ਮੈਂ ਕਹਿੰਦਾ ਕਿ ਉਹ ਵਿਰੋਧ ਨਾ ਕਰਨ, ਚਾਹੇ ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਨੇ ਜਾਂ ਹੋਰ ਲੋਕ ਸਮਝਦੇ ਨੇ ਕਿ ਉਹਨਾਂ ਨੂੰ ਸਾਰੀਆਂ ਜਥੇਬੰਦੀਆਂ ਦਾ, ਸਾਰੀਆਂ ਪਾਰਟੀਆਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਕਿਸੇ ਹੱਦ ਤੱਕ ਇਹ ਗੱਲ ਸਹੀ ਹੋ ਸਕਦੀ ਹੈ, ਕਿਉਂਕਿ ਇਹਦਾ ਫਾਇਦਾ ਲੈ ਦੇ ਕੇ ਫਿਰ ਭਾਜਪਾ ਨੂੰ ਹੋ ਸਕਦਾ, ਜਿਸ ਨੇ ਇਹ ਬਿੱਲ ਬਣਾ ਕੇ ਪੰਜਾਬ ਨੂੰ ਐਡੇ ਵੱਡੇ ਸੰਕਟ ਦੇ ਵਿੱਚ ਪਾਇਆ ਹੈ। ਪਰ ਇਸ ਚੀਜ਼ ਨੂੰ ਮੈਂ ਰੋਕਣ ਦੇ ਬਿਲਕੁਲ ਹੱਕ 'ਚ ਨਹੀਂ ਹਾਂ ਕਿ ਲੋਕ ਸਵਾਲ ਨਾ ਕਰਨ। ਜਿਹੜਾ ਵੀ ਬੰਦਾ ਆਵੇ ਉਹਦਾ ਵਿਰੋਧ ਨਾ ਕਰਨ, ਡਟ ਕੇ ਸਵਾਲ ਕਰਨ। ਪਹਿਲੀ ਵਾਰੀ ਪੰਜਾਬ ਦੇ ਲੋਕਾਂ ਨੇ ਸਵਾਲ ਕੀਤੇ ਨੇ ਪੋਲੀਟੀਕਲ ਪਾਰਟੀਆਂ ਨੂੰ, ਔਰ ਗਲੀਆਂ ਵਿੱਚ ਰੋਕ ਕੇ ਕੀਤੇ ਨੇ, ਠੋਕ ਕੇ ਕੀਤੇ ਨੇ। ਮੈਨੂੰ ਲੱਗਦਾ ਇਹ ਬਹੁਤ ਪੋਜ਼ਿਟਿਵ ਚੀਜ਼ ਵਾਪਰੀ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਜ਼ਿਆਦਾ ਭਲਾ ਕਰਨ ਵਾਲੀ ਹੈ। ਜਿਹੜੀ ਇੱਕ ਹੋਰ ਚੀਜ਼ ਮੈਨੂੰ ਘੱਟੋ ਘੱਟ ਬਹੁਤ ਵੱਡੀ ਲੱਗਦੀ ਹੈ, ਉਹ ਇਹ ਹੈ ਕਿ ਸਾਡੇ ਨੌਜਵਾਨਾਂ ਨੇ ਸੰਘਰਸ਼ ਦੇਖਿਆ। ਕੀ ਹੈ ਕਿ ਪਿਛਲੀਆਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਨਹੀਂ ਹੋਏ। ਆਫਕੋਰਸ ਪੰਜਾਬ ਇੱਕ ਵੱਡੇ ਸੰਕਟ ਦੇ ਵਿੱਚ ਘਿਰਿਆ, ਜਿਸ ਦੇ ਵਿੱਚ ਉਹਨਾਂ ਨੂੰ ਇੱਕ ਵੱਡੀ ਲੜਾਈ ਲੜਨੀ ਪਈ। 78 ਤੋਂ ਲੈ ਕੇ 95 ਤੱਕ ਪੰਜਾਬ ਇੱਕ ਲੜਾਈ ਦੇ ਵਿੱਚ ਸੀ, ਔਰ ਨੌਜਵਾਨ ਉਸ ਲੜਾਈ ਦੇ ਵਿੱਚ ਸਨ। ਉਹਨਾਂ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਵੀ ਹੋਇਆ। ਲੇਕਿਨ ਇੱਕ ਸੰਘਰਸ਼ ਕੀ ਹੁੰਦਾ ਹੈ, ਕਿਸ ਤਰੀਕੇ ਨਾਲ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇੱਕ ਸੰਘਰਸ਼ ਕੀਤਾ ਜਾਂਦਾ ਹੈ ਅਤੇ ਕਿੱਦਾਂ ਉਸ ਸੰਘਰਸ਼ ਨੂੰ ਫੈਲਾਇਆ ਜਾਂਦਾ ਹੈ, ਇਹ ਸੰਘਰਸ਼ ਸਾਡੇ ਨੌਜਵਾਨਾਂ ਨੇ ਪਹਿਲੀ ਵਾਰ ਦੇਖਿਆ। ਜਥੇਬੰਦਕ ਸੰਘਰਸ਼, ਔਰ ਇਹਦਾ ਸਾਰਾ ਕ੍ਰੈਡਿਟ ਸਾਡੇ ਬਜ਼ੁਰਗਾਂ ਨੂੰ ਜਾਂਦਾ ਹੈ, ਕਿਉਂਕਿ ਇਹ ਲੜਾਈ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ, ਬਾਬਿਆਂ ਨੇ ਸ਼ੁਰੂ ਕੀਤੀ ਸੀ ਅਤੇ ਬਾਅਦ ਦੇ ਵਿੱਚ ਨੌਜਵਾਨਾਂ ਨੇ ਆ ਕੇ ਸਾਂਭੀ। ਮੈਂ ਉੱਥੇ ਕਈ ਵਾਰੀ ਜਾ ਕੇ ਦੇਖਿਆ ਕਿ ਉੱਥੇ ਨੌਜਵਾਨ ਬਹੁਤ ਤਹੱਮਲ ਦੇ ਨਾਲ, ਬਹੁਤ ਸਿਆਣਪ ਅਤੇ ਸੂਝ-ਬੂਝ ਨਾਲ ਇਸ ਸੰਘਰਸ਼ ਨੂੰ ਚਲਾ ਰਹੇ ਨੇ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਨੌਜਵਾਨਾਂ ਬਾਰੇ ਅਸੀਂ ਕਹਿੰਦੇ ਹਾਂ ਕਿ ਦੇਖੋ ਜੀ ਉਹ ਮਿੰਟ 'ਚ ਫਰਸਟ੍ਰੇਟ ਹੋ ਜਾਂਦੇ ਨੇ ਅਤੇ ਉਹ ਮਾਰਨ 'ਤੇ ਉਤਰ ਆਉਂਦੇ ਨੇ, ਉੱਥੇ ਅਜਿਹਾ ਕੁਛ ਵੀ ਨਹੀਂ ਹੈ। ਰਾਦਰ ਉਹ ਸਿੱਖ ਰਹੇ ਨੇ, ਉਹ ਗੱਲਾਂ ਕਰਦੇ ਨੇ, ਉਹ ਵਿਚਾਰ ਚਰਚਾ ਕਰਦੇ ਨੇ। ਨੌਜਵਾਨਾਂ ਨੇ ਉੱਥੇ ਟਰਾਲੀ ਟਾਈਮਸ ਨਾਮ ਦਾ ਇੱਕ ਬਕਾਇਦਾ ਅਖਬਾਰ ਕੱਢ ਲਿਆ ਸੀ। ਸਾਰੇ ਦੇਸ਼ ਦੀ ਕਿੱਡੀ ਵੱਡੀ ਖਬਰ ਬਣੀ ਇਹ। ਔਰ ਟਵਿੱਟਰ ਦੇ ਉੱਪਰ ਜਿਹੜੀ ਲੜਾਈ ਲੜੀ ਨੌਜਵਾਨਾਂ ਨੇ, ਉਹ ਵੀ ਕਾਬਲੇ ਤਾਰੀਫ ਸੀ। ਉਹਨਾਂ ਨੇ ਮੀਡੀਆ ਇੱਕ ਤਰੀਕੇ ਨਾਲ ਹਾਈਜੈਕ ਕਰ ਲਿਆ। ਉਹਨਾਂ ਤੋਂ ਡਰਦੇ ਹੋਏ, ਨੌਜਵਾਨਾਂ ਦੇ ਉੱਤੋਂ ਡਰਦੇ ਹੋਏ ਸੋਸ਼ਲ ਮੀਡੀਆ ਕਦੇ ਵੀ ਕਿਸਾਨ ਅੰਦੋਲਨ ਦੇ ਖਿਲਾਫ ਨਹੀਂ ਭੁਗਤ ਸਕਿਆ, ਔਰ ਜਦੋਂ ਭੁਗਤਣ ਦੀ ਕੋਸ਼ਿਸ਼ ਕੀਤੀ ਉਹਨੇ ਮੂੰਹ ਦੀ ਖਾਧੀ। ਜਿਹੜੀਆਂ ਵੀ ਕੁਝ ਐਂਟੀ ਫੋਰਸਿਸ ਸੀਗੀਆਂ, ਉਹ ਜਦੋਂ ਵੀ ਕਿਸਾਨ ਅੰਦੋਲਨ ਦੇ ਖਿਲਾਫ ਉਤਰੀਆਂ, ਨੌਜਵਾਨਾਂ ਨੇ ਉਹਨਾਂ ਦੀਆਂ ਧੱਜੀਆਂ ਉਡਾ ਕੇ ਰੱਖਤੀਆਂ। ਸੋ ਨੌਜਵਾਨਾਂ ਨੇ ਇੱਕ ਨਾ ਸਿਰਫ ਸੰਘਰਸ਼ ਦੇਖਿਆ, ਮੈਂ ਕਹਾਂਗਾ ਕਿ ਉਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਰਟਿਸਿਪੇਸ਼ਨ ਕੀਤੀ ਹੈ, ਔਰ ਉਹਨਾਂ ਨੇ ਜ਼ਰੂਰ ਸਿੱਖਿਆ ਹੋਏਗਾ। ਔਰ ਇਹੀ ਨੌਜਵਾਨ ਜਿਹੜੇ ਨੇ ਅੱਗੇ ਚੱਲ ਕੇ ਸਾਡੇ ਪੰਜਾਬ ਦੇ ਲਈ ਬਹੁਤ ਵੱਡੀ ਐਸੈਟ ਸਾਬਤ ਹੋਣ ਜਾ ਰਹੇ ਨੇ, ਸਾਡਾ ਇਹ ਕੀਮਤੀ ਸਰਮਾਇਆ ਸਾਬਤ ਹੋਣ ਜਾ ਰਹੇ ਨੇ। ਦੇਖੋ ਗੱਲ ਇਹ ਹੈ ਕਿ ਮਹੱਤਵਪੂਰਨ ਕਿਸੇ ਲੜਾਈ ਨੂੰ ਜਿੱਤਣਾ ਜਾਂ ਹਾਰਨਾ ਨਹੀਂ ਹੁੰਦਾ। ਮਹੱਤਵਪੂਰਨ ਇਹ ਹੁੰਦਾ ਕਿ ਅਸੀਂ ਉਸ ਲੜਾਈ ਦੇ ਰਾਹੀਂ ਆਪਣੇ ਆਪ ਨੂੰ ਪਰਖ ਸਕੀਏ। ਅਤੀਤ ਵਿੱਚ ਪੰਜਾਬ ਨੇ ਹਜ਼ਾਰਾਂ ਲੜਾਈਆਂ ਲੜੀਆਂ ਨੇ, ਔਰ ਕਈ ਲੜਾਈਆਂ ਅਸੀਂ ਹਾਰੀਆਂ ਹੈਗੀਆਂ, ਕਾਫੀ ਲੜਾਈਆਂ ਹਾਰੀਆਂ ਹੋਣਗੀਆਂ ਅਸੀਂ। ਲੇਕਿਨ ਉਹਨਾਂ ਲੜਾਈਆਂ ਤੋਂ ਸਾਨੂੰ ਸਾਡੇ ਲੋਕਾਂ ਦੀ ਸਮਝ ਆਉਂਦੀ ਸੀ, ਸਾਨੂੰ ਆਪਣੀ ਤਾਕਤ ਦਾ ਪਤਾ ਲੱਗਦਾ ਰਿਹਾ, ਸਾਨੂੰ ਆਪਣੇ ਲੋਕਾਂ ਦਾ, ਨਾਲ ਖੜੇ ਲੋਕਾਂ ਦਾ ਪਤਾ ਲੱਗਦਾ ਰਿਹਾ। ਸੰਕਟ ਤੁਹਾਨੂੰ ਇਹੀ ਚੀਜ਼ਾਂ ਤਾਂ ਸਿਖਾਉਂਦਾ। ਔਰ ਸਾਡੇ ਨੌਜਵਾਨਾਂ ਨੇ ਇੱਕ ਸੰਕਟ ਦੇਖਿਆ, ਨਾ ਸਿਰਫ ਦੇਖਿਆ, ਉਹ ਉਹਦੇ ਵਿੱਚੋਂ ਸਿੱਖਣ ਦੇ ਵਿੱਚ ਬਹੁਤ ਸਾਰੇ ਮਤਲਬ ਕਿ ਇਹਦਾ ਕਾਬਲ ਹੋ ਸਕੇ ਨੇ। ਔਰ ਮੈਨੂੰ ਲੱਗਦਾ ਕਿ ਇੱਕ ਹੋਰ ਫਾਇਦਾ ਵੀ ਸਾਨੂੰ ਇਸ ਸੰਘਰਸ਼ ਦਾ ਦੇਖਿਆ ਜਾਣਾ ਚਾਹੀਦਾ ਹੈ। ਉਹ ਇਹ ਹੈ ਕਿ ਪਹਿਲੀ ਵਾਰੀ ਸਾਨੂੰ ਇੱਕ ਚੀਜ਼ ਹੋਰ ਸਮਝ ਆਈ ਪੰਜਾਬੀਆਂ ਨੂੰ, ਖਾਸ ਤੌਰ 'ਤੇ, ਕਿ ਪੰਜਾਬ ਜਦੋਂ ਸੰਕਟ ਦੇ ਵਿੱਚ ਘਿਰਦਾ ਹੈ ਤੇ ਬਾਹਰ ਬੈਠੇ ਪੰਜਾਬੀ ਡਟ ਕੇ ਸਪੋਰਟ ਦੇ ਉੱਪਰ ਆਉਂਦੇ ਨੇ। ਉਹ ਪੰਜਾਬ ਦੇ ਲਈ ਖੜ੍ਹਦੇ ਨੇ। ਉਹ ਜਿੱਥੇ ਮਰਜ਼ੀ ਬੈਠੇ ਹੋਣ, ਜਿਹੜੀ ਮਰਜ਼ੀ ਦੇਸ਼ ਵਿੱਚ ਬੈਠੇ ਹੋਣ, ਭਾਵੇਂ ਉਹ ਕੁਛ ਨਾ ਕਰ ਸਕਦੇ ਹੋਣ, ਉਹ ਤੜਫਦੇ ਬਹੁਤ ਨੇ। ਇਹ ਮੈਨੂੰ ਸਭ ਤੋਂ ਪੋਜ਼ਿਟਿਵ ਚੀਜ਼ ਲੱਗੀ ਕਿ ਮੈਨੂੰ ਕਦੇ ਜਾਂ ਮੇਰੇ ਸਾਥੀਆਂ ਨੂੰ ਕਦੇ ਘਬਰਾਹਟ ਹੁੰਦੀ ਹੈ ਕਿ ਇੰਨੇ ਲੋਕ ਪੰਜਾਬ ਛੱਡ ਕੇ ਜਾ ਰਹੇ ਹੈ, ਪੰਜਾਬ ਦਾ ਬਣੂ ਕੀ? ਆਫਕੋਰਸ ਇਹ ਸਵਾਲ ਹਾਲੇ ਵੀ ਸਾਡੇ ਸਿਰ ਦੇ ਉੱਪਰ ਖੜਾ ਹੈ ਕਿ ਇੰਨੇ ਲੋਕ ਪੰਜਾਬ ਛੱਡ ਕੇ ਜਾ ਰਹੇ ਨੇ, ਪੰਜਾਬ ਦਾ ਬਣੂ ਕੀ? ਲੇਕਿਨ ਖੂਬਸੂਰਤ ਚੀਜ਼ ਇਹ ਹੈ ਕਿ ਪੰਜਾਬੀ ਪੰਜਾਬ ਦੇ ਵਿੱਚੋਂ ਚਲੇ ਗਏ ਨੇ, ਪੰਜਾਬ ਉਹਨਾਂ ਵਿੱਚੋਂ ਨਹੀਂ ਗਿਆ। ਉਹ ਦੇਸ਼ ਦੀ ਦੁਨੀਆ ਦੇ ਜਿਹੜੇ ਵੀ ਹਿੱਸੇ ਵਿੱਚ ਬੈਠੇ ਨੇ, ਉਹ ਇਸ ਅੰਦੋਲਨ ਨਾਲ ਜੁੜੇ ਹੋਏ ਨੇ। ਮੈਨੂੰ ਲੱਗਦਾ ਕਿ ਹਫ਼ਤੇ ਦੇ ਵਿੱਚ 2 ਜਾਂ 3 ਫੋਨ ਜ਼ਰੂਰ ਮੈਨੂੰ ਸਾਰੀ ਦੁਨੀਆ ਤੋਂ ਆਉਂਦੇ ਨੇ ਕਿ ਇਸ ਅੰਦੋਲਨ ਦਾ ਕੀ ਬਣੂ, ਤੁਸੀਂ ਕੀ ਸੋਚਦੇ ਹੋ? ਆਫਕੋਰਸ ਮੈਂ ਤਾਂ ਵਧੀਆ ਹੀ ਸੋਚਦਾ। ਮੇਰੀ ਤਾਂ ਇਸ ਅੰਦੋਲਨ ਦੇ ਲਈ ਪਹਿਲੇ ਦਿਨ ਤੋਂ ਹੀ ਸ਼ੁਭ ਕਾਮਨਾ ਰਹੀ ਆ, ਆਖਰ ਤੱਕ ਰਹੇਗੀ। ਤਾਂ ਮੈਂ ਦੇਖਿਆ ਕਿ ਉਹ ਪੰਜਾਬੀਆਂ ਦੀ ਫਿਕਰਮੰਦੀ ਬੜੀ ਕਮਾਲ ਦੀ ਹੈ। ਇਸ ਦੇ ਨਾਲ ਸਾਨੂੰ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਕਿ ਨਹੀਂ, ਅਸੀਂ ਇਕੱਲੇ ਨਹੀਂ ਹਾਂ, ਸਾਰੇ ਵਿਸ਼ਵ ਦੇ ਪੰਜਾਬੀ ਸਾਡੇ ਨਾਲ ਨੇ। ਭਾਵੇਂ ਉਹ ਸਾਨੂੰ ਛੱਡ ਕੇ ਚਲੇ ਗਏ, ਉਹ ਜਿੱਥੇ ਵੀ ਨੇ ਉਹ ਸਾਡੇ ਨਾਲ ਜੁੜੇ ਰਹਿਣਗੇ। ਔਰ ਟਵਿੱਟਰ ਦੇ ਉੱਪਰ ਜਿਹੜੀ ਲੜਾਈ ਲੜੀ ਉਹ ਬਹੁਤ ਜ਼ਰੂਰੀ ਸੀ।
ਤੁਹਾਨੂੰ ਪਤਾ ਕਿ ਅੱਜਕੱਲ ਸੋਸ਼ਲ ਮੀਡੀਆ ਉੱਪਰ ਵਾਰ ਆਫ ਨਰਵਸ ਜਿਸ ਨੂੰ ਕਿਹਾ ਜਾਂਦਾ ਉਹ ਲੜੀ ਜਾਂਦੀ ਹੈ। ਇੱਕ ਵਰਡ ਦੇ ਉੱਪਰ ਮੈਸੇਜ ਕ੍ਰੀਏਟ ਕਰਨਾ ਹੁੰਦਾ, ਟਵਿੱਟਰ ਉਸ ਭੂਮਿਕਾ ਅਦਾ ਕਰਦਾ। ਔਰ ਮੈਨੂੰ ਪਤਾ ਕਿ ਉਹ ਸਾਰੀ ਦੀ ਸਾਰੀ ਭੂਮਿਕਾ ਬਾਹਰ ਬੈਠੇ ਨੌਜਵਾਨਾਂ ਦੀ ਸੀ, ਬਾਹਰ ਬੈਠੇ ਪੰਜਾਬੀ ਵੀਰਾਂ ਦੀ ਸੀ। ਉਹਨਾਂ ਨੇ ਟਵਿੱਟਰ ਦੇ ਉੱਪਰ ਜੋ ਜੰਗ ਲੜੀ ਉਹ ਕਮਾਲ ਸੀ। ਔਰ ਇੱਦਾਂ ਇੱਕ ਤਰੀਕੇ ਨਾਲ ਉਹਨਾਂ ਨੇ ਸਰਕਾਰੀ ਏਜੰਸੀਆਂ ਨੂੰ ਕਾਊਂਟਰ ਕੀਤਾ। ਤਾਂ ਇਹ ਸਾਰੇ ਦੇ ਸਾਰੇ ਜਿਹੜੇ ਪੱਖ ਨੇ, ਮੈਂ ਸਮਝਦਾ ਕਿ ਇਸ ਅੰਦੋਲਨ ਦੇ ਪੱਖ ਨੇ। ਔਰ ਹੋਰ ਵੀ ਬਹੁਤ ਕੁਝ ਇਸ ਅੰਦੋਲਨ ਨਾਲ ਜੁੜਿਆ ਹੋਇਆ। ਅਸੀਂ ਪਹਿਲੀ ਵਾਰ ਡਿਸਪਲਿਨ ਸੰਘਰਸ਼ ਲੜਿਆ। ਕੁਝ ਲੋਕ ਕਹਿੰਦੇ ਨੇ ਕਿ ਉੱਥੇ ਲੋਕ ਘਟ ਚੁੱਕੇ ਨੇ, ਨਹੀਂ ਘਟੇ ਹੋਏ ਨਹੀਂ। ਇਹ ਕਿਸਾਨ ਜਥੇਬੰਦੀਆਂ ਸਮਝ ਚੁੱਕੀਆਂ ਨੇ ਕਿ ਉਹ ਇੱਕ ਲੰਬੀ ਲੜਾਈ ਹੈ। ਅਤੇ ਉਹ ਕੀ ਕਰਦੇ ਨੇ, ਉਹਨਾਂ ਨੇ ਡਿਊਟੀ ਲਾਤੀ ਹੈ ਕਿ ਹਰ ਪਿੰਡ ਵਿੱਚੋਂ 10 ਬੰਦੇ ਆਉਣਗੇ, ਇੰਨੇ ਵਿੱਚ ਉਹ ਵਾਪਸ ਚਲੇ ਜਾਣਗੇ, ਹੋਰ ਆ ਜਾਣਗੇ। ਔਰ ਇਹ ਸੰਘਰਸ਼ ਜਿਹੜਾ ਹੈ ਹਾਲੇ ਥੋੜ੍ਹਾ ਜਿਹਾ ਲੰਬਾ ਚੱਲਣ ਦੀ ਉਮੀਦ ਹੈ। ਕਦੋਂ ਤੱਕ? ਆਫ ਕੋਰਸ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਇਹ ਅੰਦੋਲਨ ਕਦੋਂ ਤੱਕ ਲੰਬਾ ਚੱਲੇਗਾ। ਦੇਖੋ ਮਿੱਤਰੋ, ਇਹ ਜੰਗ ਹੈ, ਕਦੋਂ ਤੱਕ ਚੱਲੇਗੀ ਦੱਸਣੀ ਔਖੀ ਹੁੰਦੀ ਹੈ। ਔਰ ਜਿੱਤਾਂਗੇ ਕਿ ਹਾਰਾਂਗੇ ਇਹ ਵੀ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪਰ ਜੋ ਲੱਗਦਾ ਪਿਆ ਪ੍ਰੈਜ਼ੈਂਟ ਜੋ ਸਿਨੈਰੀਓ ਨੂੰ ਦੇਖ ਕੇ, ਜਿਵੇਂ ਭਾਜਪਾ ਦੇ ਅੰਦਰ ਘਬਰਾਹਟ ਆ ਰਹੀ ਹੈ, ਬੰਗਾਲ ਦੀਆਂ ਚੋਣਾਂ ਤੋਂ ਬਾਅਦ ਖਾਸ ਕਰਕੇ ਬੰਗਾਲ ਦੇ ਵਿੱਚ ਜਾ ਕੇ ਜਿਵੇਂ ਕਿਸਾਨ ਅੰਦੋਲਨ ਨੇ ਉੱਥੇ ਫਰਕ ਪਾਇਆ ਔਰ ਭਾਜਪਾ ਨੂੰ ਕਰਾਰੀ ਹਾਰ ਹੋਈ। ਅਗਾਂਹ ਫਿਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ ਨੇ। ਪੰਜਾਬ ਅਤੇ ਹਰਿਆਣੇ ਵਿੱਚੋਂ ਤਾਂ ਭਾਜਪਾ ਸਾਫ਼ ਹੀ ਹੈ, ਉਹ ਤਾਂ ਨਿਕਲ ਗਏ ਉਹਨਾਂ ਦੇ ਹੱਥੋਂ। ਹੁਣ ਭਾਜਪਾ ਦਾ ਸਾਰਾ ਜ਼ੋਰ ਲੱਗਿਆ ਹੋਇਆ ਉੱਤਰ ਪ੍ਰਦੇਸ਼ ਉੱਪਰ, ਕਿਉਂਕਿ ਜੀ ਉੱਤਰ ਪ੍ਰਦੇਸ਼ ਸਭ ਤੋਂ ਵੱਡੀ ਸਟੇਟ ਹੈ, ਸਭ ਤੋਂ ਜ਼ਿਆਦਾ MPs ਦੀ ਗਿਣਤੀ ਉੱਥੋਂ ਆਉਂਦੀ ਹੈ। ਜੇ ਉੱਤਰ ਪ੍ਰਦੇਸ਼ ਉਹਨਾਂ ਦੇ ਹੱਥੋਂ ਨਿਕਲਦਾ, ਉਹਨਾਂ ਨੂੰ ਜਾਪਿਆ, ਇਸ ਗੱਲ ਤੋਂ ਅੱਜ ਹੀ ਭਾਜਪਾ ਘਬਰਾਈ ਹੋਈ ਹੈ। ਔਰ ਅੰਦਰਲੇ ਸੂਤਰ ਦੱਸਦੇ ਨੇ ਕਿ ਭਾਜਪਾ ਅੰਦਰ ਵੀ 2 ਭਾਜਪਾਵਾਂ ਹੋ ਚੁੱਕੀਆਂ ਨੇ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਘਬਰਾਹਟ ਫੈਲੀ ਹੋਈ ਹੈ। ਤਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੇ ਅੰਦਰ ਵੱਡੇ ਪੱਧਰ ਦੇ ਉੱਪਰ ਘਬਰਾਹਟ। ਸੋ ਮੇਰਾ ਇਹ ਮੰਨਣਾ ਹੈ ਕਿ ਜਿਵੇਂ ਜਿਵੇਂ ਇਹ ਇਲੈਕਸ਼ਨ ਨੇੜੇ ਆਉਂਦੇ ਜਾਣਗੇ, ਉਹਨਾਂ ਨੂੰ ਘਬਰਾਹਟ ਵਧੇਗੀ ਅਤੇ ਫਿਰ ਉਹ ਉਦੋਂ ਭੱਜਣਗੇ। ਸ਼ਾਇਦ ਉਦੋਂ ਇਸ ਅੰਦੋਲਨ ਦਾ ਕੁਝ ਸਿੱਟਾ ਨਿਕਲੇ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 2-3 ਦਿਨ ਤੋਂ ਬੜੀਆਂ ਅਜੀਬ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਚੋਣ ਕਮਿਸ਼ਨ ਹੈ ਉਹ ਕਹਿ ਰਿਹਾ ਜੀ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ ਕਿਉਂਕਿ ਸਾਡੇ ਕੋਲੇ ਮਸ਼ੀਨਾਂ ਹੀ ਹੈ ਨਹੀਂ। ਮਸ਼ੀਨਾਂ ਹੋਰ ਸਟੇਟਾਂ ਕੋਲੇ ਪਈਆਂ ਜੀ, ਉਹਨਾਂ ਨੇ ਵਾਪਸ ਨਹੀਂ ਪਹੁੰਚਾਈਆਂ, ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਕਿੱਡਾ ਕੁ ਬਹਾਨਾ, ਨਹੀਂ ਕਰਾ ਸਕਦੇ ਤਾਂ ਭਾਈ ਸਗੋਂ ਚੰਗਾ, ਤੁਸੀਂ ਛੱਡੋ ਮਸ਼ੀਨਾਂ ਨੂੰ। ਅਸੀਂ ਕਹਿੰਦੇ ਹਾਂ ਤੁਸੀਂ ਤਾਂ ਬੈਲਟ ਪੇਪਰ ਰਾਹੀਂ ਕਰਾ ਲਓ, ਸਤਾਪ ਉਹ ਚਾਹੁੰਦੇ ਹਾਂ। ਲੇਕਿਨ ਨਹੀਂ, ਬੇਸਿਕਲੀ ਭਾਜਪਾ ਇਲੈਕਸ਼ਨ ਕਿਸੇ ਤਰੀਕੇ ਲਿੰਗਰ ਔਨ ਕਰਨਾ ਚਾਹੁੰਦੀ ਹੈ, ਕਿਸੇ ਤਰੀਕੇ ਲਟਕਾਉਣਾ ਚਾਹੁੰਦੀ ਹੈ। ਕਿਉਂ? ਉਹ ਚਾਹੁੰਦੀ ਹੈ ਕਿ ਕਿਸਾਨ ਅੰਦੋਲਨ ਦਾ ਇੰਪੈਕਟ ਇਹਨਾਂ 3 ਸਟੇਟਾਂ 'ਚ ਨਾ ਪਵੇ, ਜਿਹੜਾ ਕਿ ਮੇਰਾ ਮੰਨਣਾ ਕਿ ਪਊਗਾ ਹੀ ਪਊਗਾ। ਔਰ ਜੇ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸਾਡੇ ਲਈ ਸਥਿਤੀ ਜਿਹੜੀ ਹੈਗੀ ਸੰਕਟਪੂਰਨ ਹੈ, ਉਹ ਇਹ ਬਿੱਲ ਵਾਪਸ ਲੈਣਗੇ ਹੀ ਲੈਣਗੇ। ਕੁੱਲ ਮਿਲਾ ਕੇ ਮੈਨੂੰ ਐਂ ਲੱਗਦਾ ਕਿ ਸਾਨੂੰ ਪੰਜਾਬੀਆਂ ਨੂੰ ਵਧੀਆ ਸੋਚਣਾ ਚਾਹੀਦਾ। ਸਾਡੇ ਲੋਕ ਜਿਹੜੇ ਦਿੱਲੀ ਵਿੱਚ ਬੈਠੇ ਨੇ ਔਰ ਉਹ ਇੱਕ ਲੜਾਈ ਲੜ ਰਹੇ ਨੇ, ਦੁਸ਼ਮਣ ਦੇ ਘਰ ਦੇ ਵਿੱਚ ਬੈਠ ਕੇ ਲੜਨਾ ਤੁਹਾਨੂੰ ਪਤਾ ਬਹੁਤ ਔਖਾ ਹੁੰਦਾ, ਬਹੁਤ ਪ੍ਰੈਸ਼ਰ ਹੁੰਦਾ। ਸੋ ਹੁਣ ਤੱਕ ਸਾਡੇ ਪੰਜਾਬੀ ਕਿਸਾਨ ਵੀਰਾਂ ਨੇ ਔਰ ਹਰਿਆਣੇ ਦੀ ਮਦਦ ਦੇ ਨਾਲ ਜਾਂ ਪੂਰੇ ਦੇਸ਼ ਤੇ ਦੁਨੀਆ ਦੀ ਮਦਦ ਦੇ ਨਾਲ ਬਹੁਤ ਵਧੀਆ ਉੱਥੇ ਪਰਫਾਰਮੈਂਸ ਦਿੱਤੀ ਹੈ, ਭਾਵੇਂ ਜਜ਼ਬਾ ਦਿਖਾਇਆ, ਜੋਸ਼ ਦਿਖਾਇਆ। ਅਤੇ ਦੁਆ ਕਰੀਏ ਆਪਾਂ ਕਿ ਇਹ ਜਜ਼ਬਾ ਕਾਇਮ ਰਹੇ, ਇਸੇ ਵਿੱਚ ਹੀ ਜਿਹੜਾ ਹੈ ਸਾਡਾ ਬਚਾਓ ਹੈ।